ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਾਨੂੰ ਦਰਪੇਸ਼ ਮਸਲੇ, ਉਹ ਮੁੱਦੇ ਜਿਹੜੇ ਸਾਡੇ ਨਾਲ ਵਾਪਰ ਰਹੇ ਹਨ ਪਰ ਆਉਣ ਵਾਲੇ ਇਤਿਹਾਸ ਦਾ ਇੱਕ ਅੰਗ ਬਣਨਾ ਹੈ। ਸਾਡੀ ਕੋਸ਼ਿਸ਼ ਹੈ ਕਿ ਪੂਰੀ ਗੰਭੀਰਤਾ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ ਅਤੇ ਜੋ ਇਸ ਪ੍ਰੋਗਰਾਮ ਦਾ ਸਰਨਾਮਾ ਹੈ ਨਿਰਭਉ ਨਿਰਵੈਰ ਦੇ ਉੱਚੇ ਆਦਰਸ਼ਾਂ ਦੇ ਮੁਤਾਬਕ ਅਸੀਂ ਉਸ ਨੂੰ ਆਪ ਤੱਕ ਪੇਸ਼ ਕਰੀਏ। ਪਰ ਇਸ ਪੇਸ਼ਕਾਰੀ ਦਾ, ਇਸ ਜਾਣਕਾਰੀ ਦਾ ਮਕਸਦ ਕੇਵਲ ਦਿਲ ਪਰਚਾਵਾ ਜਾਂ ਇੱਕ ਖਾਨਾ ਪੂਰਤੀ ਨਹੀਂ ਹੈ, ਕਿਉਂਕਿ ਅਸੀਂ ਬਹੁਤ ਹੀ ਗੰਭੀਰ ਸਮਾਜਿਕ, ਰਾਜਨੀਤਿਕ, ਪੰਥਕ, ਧਾਰਮਿਕ ਉਹ ਸਾਰੇ ਉਹਨਾਂ ਸਾਰੀਆਂ ਤੰਦਾਂ ਨੂੰ ਛੇੜਨ ਦਾ ਯਤਨ ਕਰਦੇ ਹਾਂ ਜਿਸ ਦੀ ਟਨਕਾਰ, ਜਿਸ ਦੀ ਚਣਕਾਰ, ਜਿਸ ਦੀ ਆਵਾਜ਼, ਜਿਸ ਦੀਆਂ ਤਰੰਗਾਂ ਬਹੁਤ ਦੂਰ ਤੱਕ ਔਰ ਬਹੁਤ ਦੇਰ ਤੱਕ ਰਹਿੰਦੀਆਂ ਹਨ। ਸੋ ਸਾਡੀ ਕੋਸ਼ਿਸ਼ ਪੂਰੀ ਗੰਭੀਰਤਾ ਦੇ ਨਾਲ ਹੈ ਕਿ ਅਸੀਂ ਉਹ ਤੱਥ ਤੁਹਾਡੇ ਤੱਕ ਰੱਖੀਏ ਔਰ ਤੁਹਾਡੇ ਤੱਕ ਵੀ ਸਾਡੀ ਇਹ ਬੇਨਤੀ ਹੈ, ਇਹ ਗੁਜ਼ਾਰਿਸ਼ ਹੈ, ਇਹ ਅਰਜ਼ ਹੈ ਕਿ ਇਹਨਾਂ ਮਸਲਿਆਂ ਨੂੰ ਨਾ ਕੇਵਲ ਵੇਖ ਕੇ, ਨਾ ਕੇਵਲ ਸੁਣ ਕੇ, ਬਲਕਿ ਇਸ ਦੇ ਵਿੱਚ ਜੋ ਸੁਨੇਹਾ ਹੈ, ਜੋ ਤੁਹਾਡਾ ਆਪਣਾ ਫਰਜ਼ ਹੈ ਕੌਮੀ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ, ਕਿਉਂਕਿ ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹਾਂ, ਅਸੀਂ ਵੱਖ ਨਹੀਂ ਹਾਂ, ਇੱਕੋ ਪਰਿਵਾਰ ਹੈ। ਇਸ ਕਰਕੇ ਜੇਕਰ ਪਰਿਵਾਰ ਦੇ ਕਿਸੇ ਹਿੱਸੇ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਚੀਜ਼ ਉੱਠਦੀ ਹੈ ਤਾਂ ਜੇਕਰ ਬਾਕੀ ਹਿੱਸਿਆਂ ਨੂੰ ਕੋਈ ਦਿੱਕਤ ਨਾ ਹੋਏ, ਕੋਈ ਤਕਲੀਫ ਮਹਿਸੂਸ ਨਾ ਹੋਏ, ਇਹਦਾ ਮਤਲਬ ਹੈ ਕਿ ਸਾਡੇ ਉਸ ਮਾਨਸਿਕਤਾ ਨੂੰ ਜ਼ੰਗ ਲੱਗ ਗਿਆ ਜਾਂ ਅਧਰੰਗ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਸੋ ਅੱਜ ਜਿਹੜਾ ਮਸਲਾ ਅਸੀਂ ਲੈਣਾ ਹੈ, ਕਿਹਾ ਜਾਂਦਾ ਹੈ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ 1984 ਦਿੱਲੀ ਦੀਆਂ ਗਲੀਆਂ ਵਿੱਚ, ਦਿੱਲੀ ਦੇ ਬਾਜ਼ਾਰਾਂ ਵਿੱਚ, ਦਿੱਲੀ ਸ਼ਹਿਰ ਦੇ ਵਿੱਚ, ਪੂਰੇ ਨਗਰ ਦੇ ਵਿੱਚ ਦਿਨ ਦਿਹਾੜੇ ਜੋ ਕਤਲੇਆਮ ਦਾ ਨੰਗਾ ਨਾਚ ਹੋਇਆ, ਉਹ ਉਸ ਤਰ੍ਹਾਂ ਦਾ ਵਾਕਿਆ ਸ਼ਾਇਦ ਕਿਸੇ ਸਭ्य ਸਮਾਜ ਦੇ ਅੰਦਰ ਨਹੀਂ ਮਿਲਦਾ। ਪਰ 29 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਉਹਨਾਂ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜੇ ਦੋਸ਼ੀ ਹਨ, ਉਹਨਾਂ ਦੀ ਹਾਲੇ ਤੱਕ ਉਹਨਾਂ ਦੇ ਖਿਲਾਫ ਇਹ ਵਿਚਾਰ ਹੋ ਰਹੀ ਹੈ ਕਿ ਇਹਨਾਂ ਦੇ ਉੱਤੇ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਇਹ ਇਨਸਾਫ ਦੇ ਨਾਲ, ਨਿਆਂ ਦੇ ਨਾਲ ਇਹ ਕੈਸਾ ਮਜ਼ਾਕ ਹੈ, ਇਹ ਕਿਹਾ ਕੋਝਾ ਜਿਹਾ ਇੱਕ ਮਜ਼ਾਕ ਹੈ। ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਦੋ ਬਹੁਤ ਹੀ ਮਹੱਤਵਪੂਰਨ ਵਿਅਕਤੀ ਜਿਹੜੇ ਇਸ ਕੇਸ ਦੇ ਨਾਲ ਜੁੜੇ ਹਨ, ਨਾ ਕੇਵਲ ਜੁੜੇ ਹਨ ਬਲਕਿ ਕਹਿ ਲਿਆ ਜਾਏ ਕਿ ਉਸ ਕੇਸ ਦੇ ਪਾਤਰ ਵੀ ਹਨ। ਅਸੀਂ ਕੋਸ਼ਿਸ਼ ਕਰਾਂਗੇ ਪਾਤਰ ਇਸ ਕ੍ਰਾਈਮ ਨੂੰ ਕਰਨ ਵਿੱਚ ਨਹੀਂ ਬਲਕਿ ਇਸ ਦੇ ਇਨਸਾਫ ਦਿਵਾਉਣ ਵਿੱਚ ਔਰ ਇਸ ਜ਼ੁਲਮ ਨੂੰ ਉਜਾਗਰ ਕਰਨ ਵਿੱਚ, ਉਸ ਨੂੰ ਨੰਗਾ ਕਰਨ ਵਿੱਚ, ਉਹ ਜਿਹੜੇ ਸਫੈਦ ਪੋਸ਼ ਚਿਹਰੇ ਹਨ ਉਹਨਾਂ ਨੂੰ ਤੁਹਾਡੇ ਤੱਕ ਸਾਫ਼ ਦਰਸਾਉਣ ਲਈ ਜਿਹੜੇ ਯਤਨਸ਼ੀਲ ਹਨ ਔਰ ਜਿਨ੍ਹਾਂ ਨੇ ਆਪਣੀ ਇੱਕ ਜ਼ਿੰਦਗੀ ਦਾ ਮਕਸਦ ਸ਼ਾਇਦ ਇੱਦਾਂ ਦਾ ਲੈ ਲਿਆ ਕਿ ਇਸ ਕੌੜੇ ਸੱਚ ਨੂੰ ਉਜਾਗਰ ਕਰਨਾ ਤਾਂ ਕਿ ਸਾਡਾ ਭਵਿੱਖ ਸੁਰੱਖਿਅਤ ਹੋਵੇ। ਇਸ ਤੋਂ ਪਹਿਲਾਂ ਜੋ 1984 ਵਿੱਚ ਹੋਇਆ, ਜੋ ਕੁਝ ਵਾਪਰਿਆ, ਉਸ ਦੇ ਬਾਰੇ ਕੀ ਪ੍ਰਤੀਕਰਮ ਹੋਏ, ਸਮਾਜ ਦੇ ਵੱਖ-ਵੱਖ ਵਰਗ ਉਹਨਾਂ ਬਾਰੇ ਕੀ ਸੋਚਦੇ ਹਨ, ਕੀ ਰਾਜਨੀਤਿਕ, ਕੀ ਧਾਰਮਿਕ ਵਿਅਕਤੀ, ਕੀ ਵਕੀਲ, ਕੀ ਇੱਕ ਆਮ ਇਨਸਾਨ, ਉਹਨਾਂ ਦੀ ਸੋਚ ਕੀ ਹੈ। ਪਰ ਇੱਕ ਬਹੁਤ ਤਸੱਲੀ ਦੀ ਗੱਲ ਹੈ ਕਿ ਕਾਫੀ ਵੱਡੀ ਤਬਦੀਲੀ ਇਹ ਆਈ ਹੈ ਕਿ ਵੱਡੀ ਪੱਧਰ ਦੇ ਉੱਤੇ ਜਿਹੜਾ ਰਾਸ਼ਟਰੀ ਮੀਡੀਆ ਹੈ ਹਿੰਦੁਸਤਾਨ ਦਾ, ਉਹ ਵੀ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਉਸ ਨੂੰ ਸ਼ਾਇਦ ਇਸ ਕਰਕੇ ਹੁਣ ਨਹੀਂ ਦਬਾਇਆ ਜਾ ਸਕਦਾ ਕਿਉਂਕਿ ਜਿਹੜੀ ਨਵੀਂ ਪੋਚ ਹੈ,
ਜਿਹੜੀ ਨਵੀਂ ਜਨਰੇਸ਼ਨ ਹੈ, ਜਿਹੜੀ ਨਵੀਂ ਪੀੜ੍ਹੀ ਹੈ, ਉਹਨਾਂ ਦੇ ਦਿਮਾਗ ਦੇ ਅੰਦਰ ਉਹ ਜ਼ਹਿਰ ਨਹੀਂ ਘੁਲ ਸਕਿਆ। ਅਸੀਂ ਤੁਹਾਨੂੰ ਕੁਝ ਵੀਡੀਓ ਕਲਿੱਪਿੰਗਸ ਦਿਖਾਵਾਂਗੇ ਔਰ ਉਸ ਦੇ ਬਾਅਦ ਆਪਣੇ ਮਹਿਮਾਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਬਹੁਤ ਅਹਿਮ ਇਸ ਪ੍ਰੋਗਰਾਮ ਦਾ ਅੰਗ ਹੋਏਗਾ ਉਹ ਹੈ ਤੁਹਾਡੇ ਵਿਚਾਰ ਅਸੀਂ ਰਿਕਾਰਡ ਕਰਨੇ ਚਾਹਾਂਗੇ। मैं बेनती करना जो फांसी इन्होंने देनी भी है तो फिर इस जज के फैसले तो वो भी तो सिख लैन। वो जेड़े सज्जन कुमार नूं क्लीन चिट दे रहे ने, टाइटलर वर्गियां नूं छड्ड रहे ने, वो जे बलवंत सिंह राजेआणा वास्ते फांसी दी सजा है ते इस फैसले तो वो जज भी फैसला ले लैन, वो भी सिख लैन। कुछ उन्हां नूं फांसी चाढ़िया हुंदा, असीं कहंदे ठीक है जी सिस्टम इदां दा है, जेड़ा बंदा इदां लगदा है कानून सारियां लई एक होना चाहिए, वो भी फांसी चढ़े ने ते साडा सिंह भी चलिया गया, कोई गल नहीं। वो जदों गलां च टैर पा पा के सिखां नूं साड़न वाले अगे वो जिउंदे ने ते फिर इन्हां नूं भी यही सजा। घट गिणती सिखां दी इसे करके इदां हो रहा। मैं बेनती करनी चाहुंदा प्यारेओ, सारे जने लामबंद होइए, सारे इकट्ठे होइए, देशां विदेशां दीयां सारियां जथेबंदियां अपने अपने तरीके नाल संघर्ष कर रहीआं ने। असीं पंजाब दी धरती ते बैठे आ, वो बाहरले देशां च बैठे ने। Action against Delhi police personnel. The government is taking all possible steps within the ambit of law in consultation with the Ministry of Law to bring the guilty to book. Wherever Nanavati Commission has named any specific individuals as requiring further examination or specific cases requiring reopening and re-examination. C. Action against political leaders. The CBI was assigned the job to investigate, re-investigate cases against Sadashi Dharamdas Shastri, Jagdish Taitla and Sajjan Kumar. Accordingly, the CBI has completed investigation, re-investigation of 7 cases registered against 3 political leaders. In 4 cases, the CBI has sought permission under Section 1. मैं बड़े दुख के साथ आज इस हाउस में ये बात आपके माध्यम से ऑनरेबल मेंबर्स के सामने लाना चाहता हूं कि आज से 25 साल पहले भारत की इसी राजधानी दिल्ली में जो सिखों के साथ जुल्म हुआ और उसकी कमाल यह है कि यह दिन दिहाड़े हुआ। 3 दिन पर या तो नादर शाह के टाइम दिल्ली में कत्लेआम था या फिर ये 84 में दोबारा दोहराया गया। नादर शाह को लोग आज भी याद करते हैं, लेकिन क्या बात है कि जब कहीं जुल्म होता है और जब ये और खास पर जब ये एक मिनॉरिटी कम्युनिटी के सामने होता है। पंजाब में ऐसे गांव हैं जहां पिछले 20 साल में कोई शादी नहीं हुई क्योंकि नौजवान सारे मार दिए गए, वहां तो शादी की बारात नहीं आई। ऐसा जुल्म उस वक्त हुआ, लेकिन वो मैं आज छोड़ता हूं क्योंकि आज का इशू क्या है कि उसके बाद आपने दिल्ली में क्या किया। ये सरकार की फिगर है कि दिल्ली में पहली 2-3 नवंबर को 2793 लोग दिल्ली में कत्ल हुए। ये कत्ल करीबन 5000 थे, पर सरकारी फिगर जैसे होती है वो हुई। लेकिन उसका अकेला दिल्ली नहीं, सारे हिंदुस्तान में सिखों के खिलाफ हुआ। मेरा पहला इतराज, होम मिनिस्टर साहब कहते हैं ये राइट है। राइट किसको कहते हैं? होम मिनिस्टर साहब तो खुद लायर है। राइट होता है जब 2 ग्रुपों की आपस में लड़ाई हो, जब 2 ग्रुपों का कोई झगड़ा हो, उसको आप राइट कहते हो। हम राइट कहां है? हमारा तो वो हुआ जो हिटलर के लोगों ने ज्यूज पे 1942-43 में किया, जेनोसाइड, मैसाकर, हॉलोकॉस्ट। क्या था कि पकड़ो ज्यूज कहां है और मार दो, और यही सिखों की हुआ। घरों में बैठे लोग, राइट कहां था? आपने घरों पे निशान लगवाए, वोटर लिस्टें उठाई, जो सिख का घर है उसके पर रात को कोई निशान लग गया दिल्ली में, और सुबह गुंडे आए, वो घर को जलाया। नानावती जी ने क्या लिखा है, जिसका नाम अभी होम मिनिस्टर साहब ने कहा, वो कहता है कि आई गो ऑन रिकॉर्ड कि सिखों को पहले इकट्ठा किया जाता एक जगह, उसके बाद पुलिस गुंडों के साथ आती, पहले सिखों को बाहर निकाल के पीटते, उसके बाद उनके गले में टायर डालते, फिर कैरोसिन ऑयल डालते और फिर आग लगाई जाती। ये जो रिकॉर्ड मैं बता रहा हूं, ये शेखर गुप्ता उस वक्त कॉरस्पॉन्डेंट थे,
बेदी कॉरेस्पॉन्डेंट था, मधु किश्वर जो वुमेन मूवमेंट की लीडर है वो थी। ये सब लोगों ने रिकॉर्ड किया कि जिस तरह जुल्म सिखों के साथ दिल्ली में हुआ, हिंदुस्तान नहीं दुनिया में आज तक कहीं नहीं हुआ। हम बोस्निया की बात करते हैं, जब सर्व मुसलमान 8000 मारे गए, क्या हुआ? उनके प्रेसिडेंट को वर्ल्ड कोर्ट में मुजरिम है। जो लोगों ने सर्व मुस्लिम किल किए 3 साल पहले, आज उसका जो प्रेसिडेंट है वो हेग कोर्ट में मुल्जम के बैठा है, बिकॉज इतनी बड़ी सजा उसको मिल रही है। हमें क्या मिला? आप कहते हो जी 3 नाम ले लिए होम मिनिस्टर साहब ने कि पॉलिटिकल लीडर कौन है, 3। हम इस रट से बाहर निकलना चाहते हैं कि टाइटलर, सज्जन कुमार, हम तो बड़ा क्लियर कहने चाहते हैं, ये जो दिल्ली में हुआ, पुलिस उसके साथ कनाइवेज थी। मैं तो जुडिशरी ब्लेम करता हूं, जुडिशरी बिल्कुल साइलेंट। जितना जुडिशरी का फेलियर सिखों के इस बारे में हुआ है, आज तक वर्ल्ड के इतिहास में नहीं। एक जुडिशरी बताए कि जब एक्टिज्म जुडिशरी का हर जगह है, हर केस में जुडिशरी आगे है, लेकिन जब सिख मरते हैं जुडिशरी चुप। वहां भी हमारे साथ डिस्क्रिमिनेशन। आज तक जितने कम्युनल राइट इंडिया में हुए, आज तक जितने लोग मिनॉरिटी के मरे, सारे काउंट कर लो, उससे डबल हम है। जितने सिख मरे सारी कम्युनिटी। To ask me, curfew is, you're talking Jasmeer's voice. I am asking you. Only for the Sardars and not curfew for us. Kamal. First of all, I don't make this Sardar non-Sardar What happens at the night he spent in Sucha Singh's house? Sucha Singh says he never came. Nobody by this name was there. इसमें जो सुरेंद्र सिंह को जो इसका असिस्टेंट है राणा, इन्होंने मिलकर सुरेंद्र सिंह का जो कत्ल कराया उसकी इन्वेस्टिगेशन की। No, you listen. Now you listen. Now you listen. When he goes, listen. I think this is why I don't want to speak to all these. I thought I will talk to you. You will put a question to me. I am putting a question, but you don't like my questions. You are clapping. Swami ji, दूसरा question. No, you said. You started. Yes, I again said because you started speaking his language. I am not speaking any language. I am asking the question that comes to my mind, sir. That's wrong of you to say that. Not for us. Curfew was not for us. कातल सुन, सिखों के कातल, सिखों को जिंदे जलाने वाले सुन, सुनने की समाचार रख। मेरी आपसे पहले 84 से पहले Yeah, speak. The court says something different. मैंने आपकी कोई बहन बेटी की इज्जत लूटी या आपने मेरी बहन बेटी की इज्जत लूटी, या मैंने आपकी कोई जमीन जायदाद दबाई या आपने मेरी। सो ਤੁਸੀਂ ਇਹ ਵੇਖੀਆਂ ਜਿਹੜੀਆਂ ਛੋਟੀਆਂ ਕਲਿੱਪਿੰਗਸ ਹਨ, ਜਿਹੜੀਆਂ ਪਾਰਲੀਮੈਂਟ ਦੀ ਪ੍ਰੋਸੀਡਿੰਗਸ ਤੋਂ ਲੈ ਕੇ ਰਾਜਨੀਤਿਕ ਬੰਦੇ, ਧਾਰਮਿਕ ਵਿਅਕਤੀ, ਮੀਡੀਆ ਦੇ ਬੰਦੇ, ਟਾਈਮਸ ਨਾਓ ਦੇ ਉਹਨਾਂ ਦੇ ਕਰਟਸੀ ਜਿਹੜੀ ਉਹਨਾਂ ਨੇ ਬਹੁਤ ਇੱਕ ਅਹਿਮ ਇੰਟਰਵਿਊ ਫੂਲਕਾ ਸਾਹਿਬ ਦੇ ਨਾਲ ਔਰ ਜਗਦੀਸ਼ ਟਾਈਟਲਰ ਦੇ ਨਾਲ ਕੀਤੀ, ਔਰ ਜਿਸ ਦੇ ਵਿੱਚ ਉਹ ਸਾਰਾ ਵਿਸਥਾਰ ਹੈ ਆਪਨੇ ਵੇਖਿਆ। ਅਸੀਂ ਕੋਸ਼ਿਸ਼ ਕਰਾਂਗੇ ਵਕਫੇ ਦੇ ਬਾਅਦ ਆਪਣੇ ਮਹਿਮਾਨ ਲਵਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਫਿਰ ਤੁਹਾਡੇ ਵਿਚਾਰ, ਤੁਹਾਡੀ ਇਨਪੁਟ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਕੰਟਰੋਵਰਸ਼ੀਅਲ ਪੋਲੀਟੀਸ਼ੀਅਨ ਜਗਦੀਸ਼ ਕਪੂਰ ਉਰਫ ਜਗਦੀਸ਼ ਟਾਈਟਲਰ, ਜਿਹੜੇ ਸ਼ਾਇਦ ਵਿਵਾਦਾਂ ਦੇ ਵਿੱਚ ਰਹਿਣਾ ਉਹਨਾਂ ਦੀ ਮਜਬੂਰੀ ਜਾਂ ਫਿਤਰਤ ਜਾਂ ਕੋਈ ਇਸ ਤਰ੍ਹਾਂ ਦਾ ਕੁਦਰਤੀ ਢੰਗ ਬਣ ਚੁੱਕਾ ਹੈ। 2011 ਦੇ ਵਿੱਚ ਵੀ ਜਦੋਂ ਜਗਦੀਸ਼ ਟਾਈਟਲਰ ਉੜੀਸਾ ਦੇ ਜਗਨਨਾਥਪੁਰੀ ਮੰਦਿਰ ਵਿੱਚ ਗਏ ਤਾਂ ਉਹਨਾਂ ਦੇ ਅੰਦਰ ਜਾਣ ਦੇ ਉੱਤੇ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਕਿ ਉਹ ਇੱਕ ਈਸਾਈ ਹੋ ਕੇ ਉਹ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਗਏ ਹਨ, ਉੱਥੇ ਜਾਣ ਦੀ ਕੇਵਲ ਹਿੰਦੂਆਂ ਨੂੰ ਇਜਾਜ਼ਤ ਹੈ। ਖੈਰ ਉਹ ਇੱਕ ਵੱਖਰਾ ਵਿਸ਼ਾ ਸੀ, ਪਰ ਜਿਤਨੇ ਜੋ ਉਹਨਾਂ ਦਾ ਰੋਲ 1984 ਦੇ ਸਿੱਖ ਕਤਲੇਆਮ ਦੇ ਵਿੱਚ ਜੋ ਕੁਛ ਰਿਹਾ ਉਹ ਇਤਨਾ ਮੰਦਭਾਗਾ ਔਰ ਸ਼ਰਮਨਾਕ ਹੈ।
और खास करके ये समझ नहीं आ रही उस पार्टी नूं जिहड़ी हिंदुस्तान दे विच सैकुलरिज्म दा धर्म निरपक्षता दी झंडा बरदार रखवांदी है, उन्हां दी की मजबूरी कि मुड़ मुड़ उन्हां नूं ओ सत्कारत अहुदे दे के ओ की मैसेज लैना। साडे नाल फूलका साहब जिन्हां ने एक मिशन के तौर पर इस केस को अपनाया और नाल ही सरदार जसबीर सिंह जिहड़े मुख गवाह हैं जिन्हां दे करके ये दोबारा केस जगदीश टाइटलर ते खुलिया। दोनों साडे नाल लाइन दे उत्ते जुड़े हैं। फूलका साहब ते साह जसबीर सिंह जी, वाहिगुरू जी का खालसा वाहिगुरू जी की फतेह। फूलका साहब, सब तो पहला तो बड़ा छोटा जिहा सवाल है कि की आस की जाए सानू इंसाफ मिलेगा? हाँ लंबा साहब, एक गल मैं तुहानू दस दियां कि ये टाइटल सज्जन कुमार वर्गे यही चाहते ने जी कि असी फ्रस्ट्रेट होके जी इन्हां दा पिछा छड़ दिए और थक के बैठ जाइए और ये अपना शरेआम मिनिस्ट्रियां मानन, अपने उच्चे पदवियां ते बैठन और इन्हां नूं कोई कुछ ना कहे। और अगर असी उहिओ काम कीता जिहड़ा कि ये चाहते ने तो फिर तो ये कल नूं MP भी होणगे, मिनिस्टर भी होणगे जी। देखो, अगर ये टाइटल मिनिस्टर बन के बैठा सी जी 2005 में अगर ये केस अगेंस्ट शुरू होया जी ते ताई इस नूं मिनिस्ट्री तो भी इस्तीफा देना पिया जी। उस तो बाद इसकी टिकट भी कटी गई जी और MP भी नहीं रहा जी। और हुण जिहड़ी गल है भी इंसाफ मिलेगा या नहीं मिलेगा, मैं तुहानूं एक गल दसां जी। लड़ाई लड़न तो पहला कि ये सिपाही नूं तुसीं पुछो तो लड़ाई जितेगा तो जाके लड़ जी, जे नहीं जितेगा तो तू बह जा, लड़ाई ना लड़। जी जी बिल्कुल ठीक है, बिल्कुल बिल्कुल। खालसा पंथ दे विच खास करके इतिहास दे विच हैगी एग्जांपल ने जी कि ये कोई जो जिसका फर्ज है लड़ाई लड़ना जी, ਉਹਦਾ ਕੰਮ ਹੈ लड़ाई लड़ना। बिल्कुल ठीक है, बिल्कुल ठीक है। जुए का नतीजा वाहिगुरू क्या था? बिल्कुल बिल्कुल। और some battles are fought because it's your duty to fight. जी जी जी, not necessarily whether you win or lose. जी फुलका साहब, तुसी जिवें दस्सिया बहुत वड्डी तुसी फलसफे की गल कीती कि अगर जित या हार कोई मैने नहीं रखती बल्कि उस मंजिल वल वधदे जाना, बल्कि इहदे विच हार विच भी जित है और उन्हां दी जित विच भी हार नज़र आ रही है, जिहड़ी पहले ही हारे होए एक इखलाकी तौर दे उत्ते मोरली जिहड़े है एक बड़ी वड्डी डिफीट है कि बार बार जिन्ने कमीशन बनते हैं 3 वारी अगर वो CBI उन्हां दी रिपोर्ट रद्द कर दी जाए, इस तो वध उन्हां लई शर्म की गल किहड़ी हो सकती है? ये जिहड़ी कह रहे, पर एक चीज़ जिहड़ी देखने च आ रही है, तुसी वकील हो, वकालत करदिआं तुहानूं अपने वकालत दे अपनी लियाकत दे वो सारे तरीके वरतने पैंदे है, पर ये एक नवा हड़बा नहीं कि वो तुहाडे क्लाइंट्स नूं या जिहड़े उन्हां दे उत्ते गल करन दी बजाय वो तुहाडे ते ही इल्ज़ाम ला दिंदा है कि तुसी मेरे को पैसे मंगे है, तुसी मैनूं, यानी कि वो हर बंदे नूं शक्की बनाने की कोशिश कर रहे हैं। देखो, एक गल तुहानूं दो दसा। पहली गल तो उन्हें इल्जाम नहीं लगाया कि मैं उहदे कोल पैसे मंगे है जी, उन्हें की लाया? इल्जाम उसने कदे नहीं लगाया। अच्छा, तो ये कह रहा कि मैं एक गवाह जिहड़ा सुरिंदर सिंह सी, इहदे कोल झूठे एफिडेविट साइन करवाए आ, ओके, इहनूं टाइटल नूं फसाउण वास्ते। जी जी, ये इल्जाम है उसका। ते तुसी उहदे ते केस भी कीता है? वो केस भी मैं कीता वा, डेफेमेशन दा केस चल रहा। अच्छा, वो अजे बरी नहीं होया उहदे चों? नहीं 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 नहीं, बरी नहीं होया, केस अजे तक चल रहा, पेंडिंग पे केस। ठीक है, चलो। वो एक दूसरी गल मैं तुहानूं एक गल दसां जी, ओ ये तां ओदी स्ट्रेटजी आ, क्योंकि उसनूं पता कि केस परस्यू कौन कर रहा है इत्थे। हाँ जी, और इहनूं ये है किसी ना किसी तरीके नाल कोई ना कुछ करके अगर मैनू चुप करा देगा जी ते ओहदे नाल ओहदा पिछा छुट जाएगा। हाँ जी, इवन इत्थों तक कि उन्हें CBI तो भी मतलब कि इस पासे इन्वेस्टिगेशन शुरू कराई जी, बट वो जब तुम वाहिगुरू की मेहर समझो या थोड़ा मेरा अपना रेपूटेशन मीडिया दे विचों समझो जी कि
ਜਿਹੜਾ ਇਸ ਪਾਸੇ ਨੂੰ ਕੋਈ ਚੱਲ ਨਹੀਂ ਸਕਿਆ, ਨਾ ਹੀ ਕੋਈ ਮੰਨਦਾ। ਜੀ ਜੀ, ਜਿੰਨੇ ਉਹ ਇਲਜ਼ਾਮ ਮੇਰੇ ਤੇ ਲਗਾਉਂਦਾ, ਹਾਂਜੀ, ਉਨਾ ਹੀ ਮੀਡੀਆ ਉਹਦੇ ਉਲਟਾ ਖੁਦ ਹੋ ਜਾਂਦਾ। ਹਾਂਜੀ ਹਾਂਜੀ, ਕਿਉਂਕਿ ਗੱਲ ਇਹ ਆ ਕਿ ਇਹ ਪਿਛਲੇ 30 ਸਾਲ ਦੇ ਵਿੱਚ ਜੀ, ਜਿੰਨੇ ਵੀ ਮੀਡੀਆ ਦੇ ਵਿੱਚ ਇੱਥੇ ਹੁਣ ਅੱਜ ਕੱਲ੍ਹ ਟੌਪ ਲੈਵਲ ਤੇ ਜਰਨਲਿਸਟ ਬੈਠੇ ਨੇ, ਹਾਂਜੀ, ਉਹਨਾਂ ਦੀ ਕਦੇ ਨਾ ਕਦੇ ਡਿਊਟੀ ਕੋਰਟ ਦੇ ਵਿੱਚ ਲੱਗ ਚੁੱਕੀ ਹੈ। ਠੀਕ ਹੈ, ਠੀਕ ਹੈ ਔਰ ਉਹ ਕੋਰਟ ਦੇ ਵਿੱਚ ਆਮ ਤੌਰ ਦੇ ਉੱਤੇ ਵਕੀਲਾਂ ਨੂੰ ਦੇਖਦੇ ਨੇ ਜੀ, ਕਿਵੇਂ ਬਿਹੇਵ ਕਰਦੇ ਆ, ਜੀ, ਔਰ ਆਮ ਤੌਰ ਦੇ ਉੱਤੇ ਦੇਖਦੇ ਨੇ ਕਿ ਜ਼ਿਆਦਾਤਰ ਵਕੀਲ ਉਹ ਪੈਸੇ ਦੇ ਵਾਸਤੇ ਕਦੇ ਉਹਨਾਂ ਨੇ ਕਿਸੇ ਤੋਂ ਪੈਸਾ ਲੈ ਲੈਣਾ ਕਿ ਜੱਜ ਕੋਲੋਂ ਮੈਂ ਤੇਰਾ ਕੇਸ ਐਂ ਕਰਾ ਦੂੰਗਾ, ਕਦੇ ਕਿਸੇ ਨੂੰ ਕਹਿਣਾ ਕਿ ਇਹ ਜੱਜ ਨਾਲ ਤਾਂ ਜ਼ਿਆਦਾ ਬਣਦੀ ਆ, ਮਤਲਬ ਕਿ ਇਹ ਜਿਹੀ ਗੱਲਾਂ ਕਰਨਾ। ਉਹਨਾਂ ਨੇ 30 ਸਾਲ ਮੇਰਾ ਕੋਰਟ ਦੇ ਵਿੱਚ ਬਿਹੇਵੀਅਰ ਦੇਖਿਆ। ਹਾਂਜੀ, ਅਗਰ ਮੇਰੇ ਕੋਲੇ ਕੋਈ ਕਲਾਇੰਟ ਆ ਜੇ ਨਾ, ਹਾਂਜੀ, ਕਹਿ ਕੇ ਕਿ ਜੱਜ ਤੁਹਾਡਾ ਦੋਸਤ ਆ ਤੇ ਇਹਦੇ ਕੋਲੇ ਕੇਸ ਆ ਤੇ ਮੈਂ ਇਸ ਕਰਕੇ ਆਇਆ, ਮੈਂ ਉਹਨੂੰ ਕੇਸ ਵਾਪਸ ਕਰ ਦੇਣਾ। ਠੀਕ ਹੈ। ਫੁਲਕਾ ਸਾਹਿਬ ਸਾਡੇ ਨਾਲ ਥਰੂ ਆਊਟ ਬਿਲਟ ਹੋਇਆ। ਜੀ ਜੀ ਜੀ, ਫੁਲਕਾ ਸਾਹਿਬ ਸਾਡੇ ਨਾਲ ਜਸਬੀਰ ਸਿੰਘ ਜੀ, ਜਿਹੜੇ ਕਿ ਤੁਸੀਂ ਤੇ ਬਤੌਰੇ ਵਕਾਲਤ ਦੇ, ਬਤੌਰੇ ਵਕੀਲ ਦੇ ਆਪਣਾ ਪਾਰਟ ਅਦਾ ਕਰ ਰਹੇ ਹੋ, ਪਰ ਇਹ ਤਾਂ ਆਪਣੇ ਸਰੀਰ ਦੇ ਉੱਤੇ ਹੰਢਾ ਰਹੇ ਹਨ ਔਰ ਇਤਨੀ ਦੂਰ ਬੈਠ ਕੇ ਵੀ ਇਹਨਾਂ ਨੂੰ ਨਹੀਂ ਪਤਾ ਕੀ ਹੋਏਗਾ ਜਾਂ ਕੀ ਹਸ਼ਰ ਹੋਏਗਾ, ਖਾਸ ਕਰਕੇ ਜਦੋਂ ਇਹ ਦੂਸਰੇ ਗਵਾਹਾਂ ਦਾ ਹਾਲ ਦੇਖਦੇ ਹਨ। ਤੇ ਜਸਵੀਰ ਸਿੰਘ ਜੀ, ਜਿਹੜਾ ਤੁਹਾਡੇ ਤੇ ਗੱਲ ਕਹਿੰਦੇ ਹੈ ਕਿ ਤੁਸੀਂ ਬਹੁਤ ਦੇਰੀ ਨਾਲ ਕਿਉਂ ਗਏ, ਤੁਸੀਂ 2005 ਦੇ ਵਿੱਚ ਜਾਂ ਤਕਰੀਬਨ ਉਸ ਸਮੇਂ 'ਚ ਤੁਸੀਂ ਆ ਕੇ ਜਗਦੀਸ਼ ਟਾਈਟਲਰ ਤੇ ਇਲਜ਼ਾਮ ਲਾਇਆ ਜਦੋਂ ਕਿ ਵਾਰਦਾਤ 1984 ਦੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਮੈਂ ਗੈਸ ਪੰਜਾਬੀ ਦੇ ਜਿਹੜੇ ਭੈਣ ਭਰਾ ਅੱਜ ਇਹ ਮੁੱਦਾ ਸੁਣ ਰਹੇ ਹਨ, ਮੈਂ ਤੁਹਾਡਾ ਲਾਂਬਾ ਸਾਹਿਬ ਤੇ ਸਾਰੇ ਭੈਣ ਭਰਾਵਾਂ ਦਾ ਇਹ ਦੱਸਣਾ ਚਾਹੁੰਦਾ ਕਿ ਜਸਵੀਰ ਸਿੰਘ 1984 ਕਤਲੇਆਮ ਤੋਂ ਹੀ ਲੱਗਿਆ ਪਿਆ ਹੈ। ਅੱਛਾ। ਜਦੋਂ ਤੋਂ ਭਾਰਤ ਸਰਕਾਰ ਨੇ ਕਮਿਸ਼ਨ ਬਣਾਏ ਤੇ ਕਮਿਸ਼ਨਾਂ ਵਿੱਚ ਜਸਵੀਰ ਸਿੰਘ ਨੇ ਐਫੀਡੇਵਿਟ ਫਾਈਲ ਕੀਤਾ ਜੀ 1987 ਦੇ ਵਿੱਚ। ਜਦੋਂ ਰੰਗਾਨਾਥ ਮਿਸਰਾ ਕਮਿਸ਼ਨ ਦੀ ਰਿਪੋਰਟ ਆਈ ਜੀ, ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਤੇ ਇਹ ਕਾਤਲਾਂ ਨੂੰ ਬਚਾ ਰਿਹਾ ਸੀ ਤੇ ਆਪਾਂ 3 ਮਹੀਨੇ ਵੋਟ ਕਰ ਤੇ ਫਾਈਟ ਕੀਤੀ ਤੇ ਉਸ ਵਕਤ ਰੰਗਾਨਾਥ ਮਿਸਰਾ ਕਮਿਸ਼ਨ ਨੇ ਖਤਮ ਕਰਕੇ ਐਮਐਲ ਜਨ ਏਕੇ ਬੈਂਚ ਦੀ ਕਮੇਟੀ ਬਣਾਈ। ਆਪਾਂ ਉਸ ਕਮੇਟੀ ਦੇ ਵਿੱਚ ਐਫੀਡੇਵਿਟ ਫਾਈਲ ਕੀਤਾ। ਠੀਕ ਹੈ। ਉਸ ਤੋਂ ਬਾਅਦ ਦੂਜਾ ਜਿਹੜਾ ਹੈਗਾ 2000 ਦੇ ਵਿੱਚ ਲਾਸਟ ਜਦੋਂ ਨਾਨਾਵਤੀ ਕਮਿਸ਼ਨ ਬਣਿਆ ਤੇ ਨਾਨਾਵਤੀ ਕਮਿਸ਼ਨ ਵਿੱਚ ਵੀ ਜਾ ਕੇ ਵਿਗਿਆਨ ਭਵਨ ਦੇ ਵਿੱਚ ਜਾ ਕੇ ਮੈਂ ਐਫੀਡੇਵਿਟ ਫਾਈਲ ਕੀਤਾ ਜੀ। ਮਜ਼ੇ ਦੀ ਗੱਲ ਹੈ ਕਿ ਦੇਖੋ ਕਿ ਇਹ ਉਹੀ ਸੀਬੀਆਈ ਇਹਦੇ ਅੰਦਰ ਕੰਮ ਕਰ ਰਹੀ ਹੈ, ਉਹ ਕੰਮ ਕਰ ਰਹੀ ਹੈ ਸੈਂਟਰ ਦੇ ਅੰਡਰ ਜੀ ਜੀ। ਜਦੋਂ 2007 ਦੇ ਵਿੱਚ ਸੀਬੀਆਈ ਪਹਿਲੇ ਕਹਿੰਦੀ ਸੀ ਕਿ ਜੀ ਜਿਹੜਾ ਮੇਨ ਵਿਟਨੈਸ ਹੈ ਜਸਵੀਰ ਸਿੰਘ ਉਹ ਲਾਪਤਾ ਹੈ, ਉਹ ਨਹੀਂ ਮਿਲ ਰਿਹਾ, ਇਸ ਕਰਕੇ ਵਿਟਨੈਸ ਨਹੀਂ ਹੈ, ਵਿਟਨੈਸ ਨਾ ਹੋਣ ਦੇ ਕਾਰਨ ਅਸੀਂ ਇਹਨੂੰ ਕਲੀਨ ਚਿੱਟ ਦੇ ਰਹੇ ਹਾਂ ਜੀ। ਜਸਵੀਰ ਸਿੰਘ ਮੀਡੀਆ ਦੇ ਰਾਹੀਂ ਜਦੋਂ ਪੇਸ਼ ਹੋਇਆ ਕਿ ਜਸਵੀਰ ਸਿੰਘ ਨਾ ਲਾਪਤਾ ਹੈ ਨਾ ਮਰਿਆ ਹੈ, ਜਸਵੀਰ ਸਿੰਘ ਜਿੰਦਾ ਹੈਗਾ ਤੇ ਜਸਵੀਰ ਸਿੰਘ ਨੇ ਉਹ ਜਿਹੜੇ ਇਹ ਉਹਨੂੰ ਕਲੀਨ ਚਿੱਟ ਦੇ ਰਹੇ ਸੀ ਜਿਹੜੇ ਉਹਨਾਂ ਦੇ ਮਨਸੂਬੇ ਸੀ, ਪਰ ਆਪਾਂ ਮੀਡੀਆ ਦੇ ਰਾਹੀਂ ਪੇਸ਼ ਹੋ ਕੇ ਉਹ ਉਹਨਾਂ ਦੇ ਮਨਸੂਬੇ ਤੇ ਪਾਣੀ ਫੇਰਿਆ। ਇੱਕ ਮਿੰਟ ਜਸਵੀਰ ਸਿੰਘ ਜੀ, ਇੱਕ ਪੁਆਇੰਟ ਹੈ, ਮੈਂ ਫੂਲਕਾ ਸਾਹਿਬ ਜਸਵੀਰ ਸਿੰਘ ਜੀ ਨੈਚੁਰਲੀ ਜਿਸ ਤਰ੍ਹਾਂ ਦੇ ਹਾਲਾਤ 'ਚੋਂ ਲੰਘ ਰਹੇ ਹੈ, ਜੇ ਇਹਨਾਂ ਨੂੰ ਅਗਰ ਹਿੰਦੁਸਤਾਨ ਜਾ ਕੇ ਗਵਾਹੀ ਦੇਣ ਦੀ ਨੌਬਤ ਆਉਂਦੀ ਹੈ ਤਾਂ ਤੁਸੀਂ ਸਮਝਦੇ ਹੋ ਕਿ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਕਿਸੇ ਕਿਸਮ ਦੀ, ਕਾਨੂੰਨ ਔਰ ਇਹਨਾਂ ਨੂੰ ਪੂਰੀ ਹਿਫਾਜ਼ਤ ਅਤੇ ਪੂਰੀ ਪ੍ਰੋਟੈਕਸ਼ਨ ਦੇਏਗਾ? ਦੇਖੋ, ਪਹਿਲੀ ਗੱਲ ਤਾਂ ਲਾਅ ਦੇ ਮੁਤਾਬਕ ਵੀਡੀਓ ਕਾਨਫਰੰਸ ਤੇ ਵੀ ਗਵਾਹੀ ਹੋ ਸਕਦੀ ਹੈ ਜੀ ਜੀ, ਔਰ ਜਦੋਂ ਗਵਾਹੀ ਦਾ ਟਾਈਮ ਆਏਗਾ ਤਾਂ ਕੋਰਟ ਤੋਂ ਇਹੀ ਕਿਹਾ ਜਾਏਗਾ ਕਿ ਤੁਸੀਂ ਵੀਡੀਓ ਕਾਨਫਰੰਸ ਤੇ ਹੀ ਗਵਾਹੀ ਕਰੋ ਜੀ, ਨੰਬਰ 1 ਜੀ। ਤੇ ਔਰ ਦੂਸਰੀ ਗੱਲ, ਜਦੋਂ ਵੀ ਕੋਈ ਵੀ ਗਵਾਹ, ਕੱਲੇ ਬਣ ਕੇ ਜਸਵੀਰ ਜੀ ਦੀ ਗੱਲ ਨਹੀਂ ਜੀ, ਹੋਰ ਵੀ ਤੁਹਾਡੇ ਸੇ ਗਵਾਹ ਬੈਠੇ ਨੇ, ਕੋਈ ਵੀ ਗਵਾਹ ਅਗਰ ਉਹ ਇੰਡੀਆ ਆਂਦਾ ਤੇ ਬਿਲਕੁਲ ਉਹਨਾਂ ਦਾ ਪ੍ਰੋਪਰ ਇੱਥੇ ਅਰੇਂਜਮੈਂਟ ਹੋਏਗਾ। ਹੁਣ ਦੇਖੋ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਵੀ ਜੋ ਗਵਾਹ ਨੇ
ਹਾਂਜੀ ਉਹ ਵੀ ਤਾਂ ਇੰਡੀਆ ਬੈਠੇ ਨੇ ਨਾ। ਠੀਕ ਹੈ, ਉਹ ਵੀ ਤਾਂ ਨਰਪ੍ਰੀਤ ਕੌਰ ਤੁਸੀਂ ਕੁੜੀ ਦੇਖ ਲਓ, ਡਟ ਕੇ ਲੜ ਰਹੀ ਹੈ, ਬਿਲਕੁਲ ਸਾਰਿਆਂ ਦੇ ਪਿੱਛੇ ਤੁਰੀ ਫਿਰਦੀ ਹੈ। ਜਗਦੀਸ਼ ਕੌਰ ਤੇ ਦੇਖੋ ਜੀ ਜੀ ਡਟੀ ਹੋਈ ਹੈ ਪੂਰੀ ਜੀ ਜੀ, ਬਲਕਿ ਐਸੀ ਕੋਈ ਗੱਲ ਨਹੀਂ ਹੈ, ਇਹ ਨਹੀਂ ਹੈ ਕਿ ਵੀ ਇੱਥੇ ਕੋਈ ਆ, ਪਰ ਇੱਥੋਂ ਅਮਰੀਕਾ ਵਾਲੇ ਗਵਾਹ ਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ। ਬਿਲਕੁਲ ਅਸੀਂ ਇਹੀ ਕੋਰਟ ਨੂੰ ਕਹਿ ਕੇ ਵੀਡੀਓ ਕਾਨਫਰੰਸ ਹੀ ਕਰਾਵਾਂਗੇ ਇਹਨਾਂ ਦੀ ਜੀ। ਤੇ ਫੁਲਕਾ ਸਾਹਿਬ ਇੱਕ ਹੋਰ ਦੋ ਚੀਜ਼ਾਂ ਬੜੇ ਛੋਟਾ, ਕਿਉਂਕਿ ਤੁਹਾਡਾ ਟਾਈਮ ਬੜਾ ਕੀਮਤੀ ਹੈ, ਜ਼ਿਆਦਾ ਨਹੀਂ ਤੁਹਾਡਾ ਟਾਈਮ ਲਵਾਂਗੇ। ਇੱਕ ਤਾਂ ਜਗਦੀਸ਼ ਟਾਈਟਲਰ ਦਾ ਬਾਰ-ਬਾਰ ਇਹ ਬਹੁਤ ਵੱਡਾ ਇਤਰਾਜ਼ ਹੈ ਕਿ ਤੁਸੀਂ ਮੈਨੂੰ ਐਕਿਊਜ਼ਡ ਕਿਉਂ ਕਹਿੰਦੇ ਹੋ, ਦੋਸ਼ੀ ਕਿਉਂ ਕਹਿੰਦੇ ਹੋ। ਇੱਕ ਤਾਂ ਉਹ ਇਤਰਾਜ਼ ਕਰ ਰਿਹਾ, ਦੂਜਾ ਉਹ ਇਹ ਕਹਿਣਾ ਹੈ ਉਹਨਾਂ ਦਾ ਕਿ ਫੂਲਕਾ ਸਾਹਿਬ ਦਾ ਤੇ ਜਸਬੀਰ ਸਿੰਘ ਇਹਨਾਂ ਦੋਨਾਂ ਦਾ ਲਾਈ ਡਿਟੈਕਸ਼ਨ ਟੈਸਟ ਵੀ ਕਰਾਇਆ ਜਾਏ, ਕਿਉਂਕਿ ਇਹ ਦੋਨੋਂ ਝੂਠ ਬੋਲ ਰਹੇ ਹਨ। ਦੇਖੋ ਪਹਿਲੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਜੀ, ਕਿਸੇ ਗਵਾਹ ਦਾ ਲਾਈ ਡਿਟੈਕਟਰ ਟੈਸਟ ਕਰਾਉਣਾ ਇਹ ਬਿਲਕੁਲ ਕਾਨੂੰਨ ਦੇ ਵਿੱਚ ਨਹੀਂ ਹੈ ਜੀ, ਔਰ ਨਾ ਹੀ ਅਸੀਂ ਉਸ ਨੂੰ ਕਿਸੇ ਗਵਾਹ ਦਾ ਲਾਈ ਡਿਟੈਕਟਰ ਟੈਸਟ ਕਰਨ ਦੇਵਾਂਗੇ ਜੀ। ਉਹ ਮੈਂ ਉਸ ਦਿਨ ਉਹਨੇ ਸਾਰੀਆਂ ਟੀਵੀ ਡਿਬੇਟਸ ਦੇ ਉੱਤੇ ਜਦੋਂ ਗੱਲ ਕਹੀ ਆ, ਮੈਂ ਉਹਨਾਂ ਨੂੰ ਕਿਹਾ। ਹਾਂਜੀ। ਔਰ ਜਿੱਥੋਂ ਤੱਕ ਮੇਰਾ ਸਵਾਲ ਹੈ, ਇਹ ਲਾਈ ਡਿਟੈਕਟਰ ਟੈਸਟ ਦਾ ਅਕਿਊਜ਼ ਦਾ, ਹਾਂਜੀ, ਪਰ ਮੈਂ ਇਸ ਕੇਸ 'ਚ ਅਕਿਊਜ਼ ਨਹੀਂ ਹਾਂ, ਪਰ ਫਿਰ ਵੀ ਮੈਂ ਉਹਨੂੰ ਕਿਹਾ ਤੂੰ ਲਾਈ ਡਿਟੈਕਟਰ ਟੈਸਟ, ਪੋਲੀਗ੍ਰਾਫਿਕ ਟੈਸਟ, ਜਿਹੜਾ ਵੀ ਟੈਸਟ ਕਰੇ ਮੈਂ ਉਹ ਕਰਨ ਨੂੰ ਤਿਆਰ ਹਾਂ। ਹਾਂਜੀ ਹਾਂਜੀ, ਅਸੀਂ ਸੱਚ ਤੇ ਖੜੇ ਹਾਂ। ਹਾਂਜੀ ਹਾਂਜੀ, ਔਰ ਜੋ ਵੀ ਟੈਸਟ ਉਹ ਕਹੇ ਮੈਂ ਉਹ ਕਰਨ ਨੂੰ ਤਿਆਰ ਹਾਂ। ਠੀਕ ਹੈ, ਪਰ ਅਸੀਂ ਕਿਸੇ ਗਵਾਹ ਦਾ ਨਹੀਂ ਹੋਣ ਦੇਵਾਂਗੇ। ਜੀ ਜੀ ਜੀ। ਤੇ ਫੁਲਕਾ ਸਾਹਿਬ ਜਿਹੜੇ ਵੀਰੱਪਾ ਮੋਇਲੀ ਹੈ ਜਿਹੜੇ ਮੰਤਰੀ, ਉਹਨਾਂ ਦਾ ਇਹ ਕਹਿਣਾ ਹੈ, ਇਹ ਦਲੀਲ ਉਹ ਦੇ ਰਹੇ ਹੈ ਕਿ ਜੋ ਟਾਈਟਲਰ ਦਾ ਕਸੂਰ ਹੈ ਉਹ ਨਰਿੰਦਰ ਮੋਦੀ ਤੋਂ ਘੱਟ ਹੈ। ਕੀ ਇਹ ਦਲੀਲ ਬਿਲਕੁਲ ਹਾਸੋਹੀਣੀ ਜੀ ਨਹੀਂ? ਨਹੀਂ, ਇਹ ਤਾਂ ਬਿਲਕੁਲ ਹੀ ਜੋ ਹੈ ਇਹ ਤਾਂ ਬਿਲਕੁਲ ਗਲਤ ਗੱਲ ਹੈ। ਪਹਿਲੀ ਗੱਲ ਤਾਂ ਦੇਖੋ ਜੋ ਹੋਇਆ ਗੁਜਰਾਤ ਵਿੱਚ, ਉਹ ਵੀ ਬੜਾ ਮਾੜਾ ਹੋਇਆ। ਜੀ ਜੀ ਜੀ। ਪਰ ਜੇਕਰ ਅਸੀਂ ਕਾਨੂੰਨੀ ਲੀਗਲੀ ਦੇਖੀਏ ਹਾਂਜੀ ਤਾਂ ਨਰਿੰਦਰ ਮੋਦੀ ਦੇ ਅਗੇਂਸਟ ਅਜੇ ਤੱਕ ਡਰੈਕਟ ਐਲੀਗੇਸ਼ਨ ਨਹੀਂ ਹੈ ਜੀ। ਇਹ ਮੈਂ ਤਾਂ ਲੀਗਲੀ ਕਹਿ ਰਿਹਾ। ਠੀਕ ਹੈ, ਐਵੀਡੈਂਸ ਦੇ ਕੰਪੈਰੀਜ਼ਨ ਕਰੀਏ ਜੀ ਜੀ। तो डायरेक्ट एविडेंस जो है टाइटल के खिलाफ है जी, और दूसरी बात नरेंद्र मोदी के अगेंस्ट कोई केस रजिस्टर नहीं हुआ डायरेक्टरी अज तक। हाँ जी हाँ जी। तो रजिस्टर करने तो पहले ही उन्होंने एसआईटी ने उन्होंने क्लीन चिट दी है। जी जी जी। क्लीन चिट चैलेंज हुई है जी। और दूसरी गल हाँ, पर ਉਹਦੇ ਚ ਜੋ ਆਉਂਦਾ ਉਹਦੇ ਸਿਰਫ ਉਹਨਾਂ ਨੇ ਉਹਦੀ ਡੈਰੈਲਿਕਸ਼ਨ ਆਫ ਡਿਊਟੀ ਦੇ ਵਿੱਚ ਜੀ ਉਹਦੇ ਵਿੱਚ ਆ ਰਿਹਾ ਜਾਂ ਕੌਨਸਪੀਰੇਸੀ ਥਿਊਰੀ ਦੇ ਵਿੱਚ ਕੁਛ ਆ ਰਿਹਾ, ਪਰ ਇਹਦੇ ਵਿੱਚ ਡਾਇਰੈਕਟ ਐਵੀਡੈਂਸ ਹੈ ਟਾਈਟਲ ਦੇ ਖਿਲਾਫ। ਠੀਕ ਹੈ ਠੀਕ ਹੈ। ਤੇ ਇਹਦੇ ਖਿਲਾਫ ਜੀ ਜੀ। ਫੁਲਕਾ ਸਾਹਿਬ ਇੱਕ ਹੈ ਕਿ ਜਿਵੇਂ ਤੁਹਾਡੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਮੀਡੀਆ ਤੇ, ਬੜੀ ਵਾਰੀ ਤੁਹਾਡੀ ਆਪਸ ਵਿੱਚ ਬੜੇ ਸਦਭਾਵਨਾਪੂਰਵਕ ਮਾਹੌਲ ਦੇ ਵਿੱਚ ਟਾਈਟਲਰ ਦੇ ਨਾਲ ਆਮੋ ਸਾਹਮਣਾ ਵੀ ਹੋਇਆ, ਤੇ ਉਹ ਇੱਕ ਇਤਨਾ ਡਿਫਿਕਲਟ ਟਾਈਪ ਦਾ ਇੱਕ ਪੇਸ਼ ਆਉਂਦਾ ਹੈ ਕਿ ਜਦੋਂ ਵੀ ਕੋਈ ਗੱਲ ਕਰੇ ਇੱਕ ਥਾਂ ਤੋਂ ਦੂਜੀ ਥਾਂ, ਦੂਜੀ ਤੋਂ ਤੀਜੀ ਥਾਂ, ਤੀਸਰੀ ਤੋਂ ਕੋਈ ਜਿਹੜੀ ਆਪਣੇ ਕਹੇ ਬਿਆਨ ਤੋਂ ਮੁੱਕਰ ਕੇ ਕਦੀ ਡਰਾਈਵਰ ਹੈ ਕਦੀ ਕੁੱਕ ਹੈ। ਸੋ ਉਹਨਾਂ ਦਾ ਅਗਰ ਲਾਈ ਡਿਟੈਕਸ਼ਨ ਵੀ ਲੈ ਲਿਆ ਜਾਏ, ਮੇਰਾ ਖਿਆਲ ਇੱਦਾਂ ਦੀ ਗੱਲ ਨਹੀਂ ਜਿਵੇਂ ਕਹਿੰਦੇ ਕੋਈ ਇੱਕ ਕਹਿਣ ਲੱਗਾ ਜੀ ਇਟਸ ਵੈਰੀ ਸਿੰਪਲ, ਆਈ ਕੈਨਟ ਸਟਾਪ ਟੈਲਿੰਗ ਲਾਈਜ਼, ਉਹ ਕਹਿੰਦਾ ਆਈ ਡੋਂਟ ਬਿਲੀਵ ਯੂ। ਤੋ ਇਹ ਤਾਂ ਇਸ ਤਰ੍ਹਾਂ ਦੀ ਹਾਲਤ ਲੱਗਦੀ ਹੈ ਕਿ ਉਹਨਾਂ ਦੇ ਕਿਹੜੇ ਬਿਆਨ ਨੂੰ ਤੁਸੀਂ ਲੈ ਕੇ ਤੁਰ ਸਕੋਗੇ। ਤੇ ਦੂਸਰਾ ਇਹ ਕਿਹਾ ਜਾਂਦਾ ਹੈ, ਮੈਂ ਬਿਲਕੁਲ ਅਖੀਰਲਾ ਸਵਾਲ ਹੈ, ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ, ਕਿ ਇਹ ਕਿਹਾ ਜਾਂਦਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਕੀ ਦੇਰ ਵੀ ਬਹੁਤ ਵੱਡਾ ਅੰਧੇਰ ਨਹੀਂ? ਅਸੀਂ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਇੱਕ ਮਿੰਟ ਸਰ, ਇੱਕ ਛੋਟਾ ਜਿਹਾ ਵਕਫਾ ਲੈਂਦੇ ਹਾਂ, ਇਹਦੇ ਬਾਅਦ ਤੁਹਾਡੇ ਕੋਲੋਂ ਫਤਿਹ ਬੁਲਾਵਾਂਗੇ ਤੁਹਾਨੂੰ, ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਮਾਨਯੋਗ ਸੀਨੀਅਰ ਐਡਵੋਕੇਟ ਸਰਦਾਰ HS ਫੂਲਕਾ, ਜਿਹੜੇ ਕਿ 1984 ਦੇ ਕਤਲੇਆਮ ਉਸ ਦੇ ਮੁਕੱਦਮੇ ਨੂੰ ਲੜ ਰਹੇ ਹਨ ਔਰ ਸੱਚ ਨੂੰ ਅੱਗੇ ਲਿਆਉਣ ਲਈ ਜਿਹੜੇ ਵਚਨਬੱਧ ਹਨ, ਕੋਸ਼ਿਸ਼ ਕਰ ਰਹੇ ਹਨ। ਫੂਲਕਾ ਸਾਹਿਬ, ਤੁਸੀਂ ਵੇਖਿਆ ਹੈ, ਜਿਵੇਂ ਤੁਸੀਂ ਦੱਸਿਆ ਵੀ ਹੈ ਕਿ ਉਹ ਜਗਦੀਸ਼ ਟਾਈਟਲਰ ਇੰਨੇ ਸਖਤ ਕਿਸਮ ਦਾ, ਜਿਹਦੇ ਲਈ ਕੋਈ ਲਫ਼ਜ਼ ਵੀ ਨਹੀਂ ਲੱਭਦਾ, ਉਹ ਸ਼ਰੇਆਮ ਝੂਠ ਬੋਲਦਾ ਹੈ ਕਿ ਮੇਰਾ ਡਰਾਈਵਰ ਨਹੀਂ ਸੀ। ਤੇ ਤੁਸੀਂ ਜਦੋਂ CBI ਦੀ ਰਿਪੋਰਟ ਦੇ ਵਿੱਚ ਲਿਖ ਰਹੇ ਹੋ, ਦਿਖਾ ਰਹੇ ਹੋ, ਪੜ੍ਹ ਕੇ ਦੱਸ ਰਹੇ ਹੋ, ਇਹ ਦੇਖ
ਧਰਮਚੰਦ ਤੇਰਾ ਡਰਾਈਵਰ ਹੈ, ਧਰਮਚੰਦ ਦਾ ਬਿਆਨ ਹੈ, ਉਸ ਦੇ ਬਾਅਦ ਉਹ ਇਨਕਾਰ ਮੁਨਕਰ ਹੋ ਜਾਂਦਾ ਹੈ ਕਿ ਧਰਮਚੰਦ ਤੇ ਮੇਰਾ ਬੰਦਾ ਹੀ ਨਹੀਂ। ਜਿਹੜੀ CBI ਦੀ ਰਿਪੋਰਟ ਦੇ ਆਧਾਰ ਤੇ ਉਹ ਇੱਕ ਰਿਲੀਫ ਲੈਣਾ ਚਾਹੁੰਦਾ ਕਿ ਮੈਨੂੰ ਇਹ ਕੇਸ ਖਤਮ ਕਰ ਦਿੱਤਾ ਜਾਏ, ਉਹੀ CBI ਦੀ ਰਿਪੋਰਟ ਨੂੰ ਵੀ ਉਹ ਝੂਠਾ ਕਹਿ ਰਿਹਾ। ਇਹਦਾ ਮਤਲਬ ਨਾ ਕੇਵਲ ਉਹ ਤੁਹਾਨੂੰ, ਨਾ ਕੇਵਲ ਗਵਾਹ ਨੂੰ, ਨਾ ਕੇਵਲ ਜੱਜਸ ਨੂੰ, ਉਹ ਤਾਂ CBI ਨੂੰ ਵੀ ਹੁਣ ਝੂਠਾ ਕਹੀ ਜਾ ਰਿਹਾ। ਸੋ ਇਹ ਸਿਲਸਿਲੇ ਦੇ ਵਿੱਚ ਤੁਹਾਨੂੰ ਕਿੰਨਾ ਕੁ ਕਾਨੂੰਨੀ ਤੌਰ ਤੇ ਉੱਤੇ ਲੱਗਦਾ ਹੈ ਕਿ ਇਹ ਅਕਿਊਜ਼ਡ, ਇਹ ਦੋਸ਼ੀ ਕਿੰਨਾ ਕੁ ਡਿਫਿਕਲਟ ਸਾਬਤ ਹੋਏਗਾ? ਦੇਖੋ ਲਾਂਬਾ ਜੀ, ਪਹਿਲੀ ਗੱਲ ਤਾਂ ਜਦੋਂ ਇਹੀ ਉਹਦੀ ਚੀਜ਼ ਮੈਂ ਪਕੜੀ, ਜਦੋਂ ਉਹਨੇ ਕਿਹਾ ਕਿ ਧਰਮਚੰਦ ਮੇਰਾ ਡਰਾਈਵਰ ਨਹੀਂ, ਤਾਂ ਮੈਂ ਕਿਹਾ ਇਸ ਦਾ ਮਤਲਬ CBI ਦੀ ਕਲੋਜ਼ਰ ਰਿਪੋਰਟ ਹੀ ਗਲਤ ਆ। ਹਾਂਜੀ, ਜੇ ਕਲੋਜ਼ਰ ਰਿਪੋਰਟ ਗਲਤ ਆ ਤਾਂ ਕੋਰਟ ਨੇ ਬਿਲਕੁਲ ਰਾਈਟਲੀ ਨੂੰ ਟਰੈਸ਼ ਕੀਤਾ। ਹਾਂਜੀ ਬਿਲਕੁਲ ਰੱਦ ਕੀਤਾ। ਜੋ ਤੂੰ ਖੁਦ ਹੀ ਕਹਿ ਰਿਹਾ ਤੇ ਫਿਰ ਤੂੰ ਹੁਣ ਰੌਲਾ ਕਿਉਂ ਪਾ ਰਿਹਾ ਜੋ ਇਹਨੂੰ ਰੱਦ ਕੀਤਾ? ਇਸ ਤੋਂ ਬਾਅਦ ਉਹ ਬਿਲਕੁਲ ਚੁੱਪ ਕਰ ਗਿਆ। ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਿਆ। ਉਸ ਤੋਂ ਬਾਅਦ ਕੋਈ ਜ਼ਿਆਦਾ ਮੀਡੀਆ 'ਚ ਵੀ ਨਹੀਂ ਗਿਆ ਕਿਉਂਕਿ ਉਹ ਜਦੋਂ ਬੁਰੀ ਤਰ੍ਹਾਂ ਫੜਿਆ ਗਿਆ। ਹਾਂਜੀ ਨੰਬਰ 1। ਹਾਂਜੀ, ਨੰਬਰ 2 ਦੇਖੋ, ਹਰ ਇੱਕ ਜੋ ਅਕਿਊਜ਼ ਹੁੰਦਾ ਸੌਖਾ ਤਾਂ ਕੋਈ ਨਹੀਂ ਹੁੰਦਾ। ਬਿਲਕੁਲ। ਹਾਂਜੀ, ਹਰ ਇੱਕ ਅਕਿਊਜ਼ ਡਿਫਿਕਲਟ ਹੁੰਦਾ, ਸੌਖਾ ਤਾਂ ਕੋਈ ਵੀ ਜੇਲ੍ਹ ਨਹੀਂ ਚਲਾ ਜਾਂਦਾ। ਜੀ ਜੀ। ਸੋ ਇਹ ਕਰਕੇ ਤੇ ਐਸੀ ਜਿਹੜੀ ਇਹਦੀ ਡਿਫਿਕਲਟੀ ਆ ਤੇ ਇਹਦਾ ਤੜਫਣਾ, ਇਹਦਾ ਬੋਲਣਾ, ਉਹ ਕਰਨ ਦੇ ਉਹਨੇ ਤਾਂ ਤੜਫਣਾ ਹੀ ਤੜਫਣਾ। ਜੀ ਜੀ। ਉਹਦੀ ਮਿਨਿਸਟਰੀ ਖੋਈ ਗਈ, ਉਹ MP ਵੀ ਨਹੀਂ ਰਿਹਾ, ਕੋਈ ਉਹਦੇ ਕੋਲ ਗਵਰਨਮੈਂਟ ਪੋਸਟ ਨਹੀਂ ਰਹੀ ਹੈ। ਹਾਂ, ਬਲਕਿ ਉਹ ਤਾਂ ਜਿਵੇਂ ਅਰਨਬ ਗੋਸਵਾਮੀ ਨੂੰ ਵੀ ਤਾੜੀਆਂ ਮਾਰ ਕੇ ਉਹਦਾ ਮਜ਼ਾਕ ਉਡਾ ਰਿਹਾ, ਲੁੱਕ ਐਟ ਦਿਸ ਮੈਨ, ਜਿਸ ਤਰ੍ਹਾਂ ਮਤਲਬ ਇੱਕ ਬੜੇ ਢੰਗ ਨਾਲ ਬੋਲ ਰਿਹਾ ਹੈ। ਇਹਦਾ ਮਤਲਬ ਤਾਂ ਉਹ ਕਿਸੇ ਨੂੰ ਵੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਲੰਬਾ ਜੀ, ਉਹ ਬਲਕਿ ਗੱਲ ਇਹ ਆ, ਉਹ ਜਿਹੜੇ 2 ਮਰੇ ਆ ਨਾ ਜੀ, ਇੱਕ ਤਾਂ ਪੂਰਾ ਪੱਗ ਹੋ ਕੇ ਮਰਿਆ, ਦੂਜਾ ਅੱਧਾ ਪੱਗ ਹੋ ਕੇ ਮਰਿਆ। ਠੀਕ ਹੈ, ਭਗਤ ਤੇ ਸ਼ਾਸਤਰੀ। ਅੱਛਾ ਅੱਛਾ। ਹਾਂ, ਤੇ ਹੁਣ ਜਿਹੜੇ 2 ਰਹਿ ਗਏ ਨਾ ਉਹਨਾਂ ਦਾ ਵੀ ਹੱਲ ਹੋਣ ਵਾਲਾ। ਜੀ ਜੀ। ਤੇ ਅਖੀਰਲਾ ਮੇਰਾ ਇੱਕ ਸਵਾਲ ਹੈ, ਫੁਲਕਾ ਸਾਹਿਬ, ਤੁਸੀਂ ਇਸ ਸਵਾਲ ਦਾ ਜਵਾਬ ਇੰਤਜ਼ਾਰ ਤੇ ਨਹੀਂ ਕਰ ਰਹੇ? ਕੱਲ ਨੂੰ ਕਹੇਗਾ ਜੀ ਮੈਂ ਤਾਂ ਜਗਦੀਸ਼ ਟਾਈਟਲਰ ਹੈ ਹੀ ਨਹੀਂ, ਮੈਂ ਤਾਂ ਜਗਦੀਸ਼ ਕਪੂਰ ਹੈਗਾ। ਉਹਦਾ ਜੋ ਮਰਜ਼ੀ ਹੋਵੇ, ਸ਼ਕਲ ਤਾਂ ਨਹੀਂ ਬਦਲੇਗਾ, ਨਾ ਜਿਹੜੇ ਮਰਜ਼ੀ ਬਦਲੀ ਜਾਵੇ। ਠੀਕ ਹੈ। ਸੋ ਫੁਲਕਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਜੀ ਜੀ। ਸੋ ਫੁਲਕਾ ਸਾਹਿਬ, ਅਖੀਰ ਦੇ ਵਿੱਚ ਜਿਹੜੇ ਦਰਸ਼ਕ ਬੈਠੇ ਆ ਅਮਰੀਕਾ ਔਰ ਕੈਨੇਡਾ ਦੇ ਵਿੱਚ, ਉਹ ਪੂਰੀ ਤਰ੍ਹਾਂ ਜੁੜੇ ਹੈ ਕਿਉਂਕਿ ਉਹਨਾਂ ਦਾ ਉੱਥੇ ਪਹੁੰਚਣਾ, ਉੱਥੇ ਜਾਣਾ, ਉਹ ਸਾਰਾ ਕੁਝ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਜਿਹੜੀਆਂ ਕਾਲੀਆਂ ਸੂਚੀਆਂ ਦਾ ਡਰ, ਜਿਹੜੀ ਦਹਿਸ਼ਤ, ਜੋ ਕੁਝ ਹੋਇਆ। ਸੋ ਤੁਸੀਂ ਇਸ ਬੈਕਗਰਾਊਂਡ ਦੇ ਵਿੱਚ ਜਿਹੜੇ ਇੱਥੇ ਦੇ ਵਾਸੀ ਹੈ, ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਫੁਲਕਾ ਸਾਹਿਬ, ਕਿ ਕਿੰਨੀ ਕੁ ਨਿਡਰ ਹੋ ਕੇ, ਕਿੰਨੀ ਕੁ ਆਰਾਮ ਦੇ ਨਾਲ ਉਹ ਭਾਰਤ ਦਾ, ਆਪਣੇ ਵਤਨ ਦੀ ਮਿੱਟੀ ਨੂੰ ਪਿਆਰ ਕਰਦੇ ਹੈ, ਉਹਦੇ ਨਾਲ ਉਹਨਾਂ ਦਾ ਸਨੇਹ ਹੈ, ਕਿੰਨਾ ਕੁ ਉਹ ਖੁੱਲ ਕੇ ਆ ਜਾ ਸਕਦੇ ਹੈ? ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਸ ਦੇ ਵਿੱਚ ਖੁੱਲ ਕੇ ਇੱਥੇ ਆਉਣ ਜਾਣ ਵਾਲੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਜੀ। ਹਾਲਤ ਜਿਹੜੇ ਇੱਥੇ ਆਉਂਦੇ ਆ ਕੇ ਦੇਖਦੇ ਆ ਕਿ ਇੱਥੋਂ ਦੇ ਹਾਲਤ ਬੜੇ ਨੋਰਮਲ, ਐਸੀ ਕੋਈ ਗੱਲ ਨਹੀਂ ਜੀ। ਜਿਹੜੀ ਇਹ ਕਾਲੀ ਸੂਚੀ ਵਾਲੀ ਗੱਲ, ਉਹ ਮੈਂ ਤੁਹਾਨੂੰ ਦੱਸਿਆ, ਪਿੱਛੇ ਜੇ ਹਾਈ ਕੋਰਟ 'ਚ ਇੱਕ ਆਰਡਰ ਲਿਆ, ਇੱਕ ਕੈਨੇਡਾ ਤੋਂ ਸੀਗਾ, ਇੱਕ ਜਗੀਰ ਸਿੰਘ ਸਿੱਧੂ, ਉਹਨਾਂ ਦੇ ਕੇਸ ਦੇ ਵਿੱਚ ਉਹ ਕੋਰਟ ਨੇ ਬੜਾ ਕਲੀਅਰਲੀ ਕਿਹਾ ਕਿ ਉਹਨੂੰ ਕਿਹਾ ਕਿ ਇਹਦੀ ਜਿਹੜੀ ਬਲੈਕ ਲਿਸਟ ਹੈ, ਇਹਨੂੰ ਪਹਿਲੀ ਗੱਲ ਤਾਂ ਰਿਵਾਈਜ਼ ਕਰੋ, ਰਿਵਿਊ ਕਰੋ, ਔਰ ਜੇਕਰ ਤੁਸੀਂ ਇਹਦੀ ਬਲੈਕ ਲਿਸਟ 'ਚ ਨਾਮ ਰੱਖਣਾ ਤਾਂ ਇਹਨੂੰ ਅਪਰਚੁਨਿਟੀ ਦਿਓ, ਇਹਨੂੰ ਹੀਅਰਿੰਗ ਦਿਓ, ਇਹ ਜਾ ਕੇ ਤੁਹਾਨੂੰ ਦੱਸੇ। ਔਰ ਉਹਦੇ 'ਚ ਉਹਨਾਂ ਨੇ ਬਲੈਕ ਲਿਸਟ ਉਹਦਾ ਨਾਮ ਹੀ ਕੱਢਤਾ। ਉਹਨੇ 2 ਕੇਸ ਕੀਤੇ ਨੇ, ਡੈਨਮਾਰਕ ਦੇ ਕੀਤੇ ਨੇ, ਉਹ ਡੈਨਮਾਰਕ ਦੇ ਵਿੱਚ ਇਹਦਾ ਬਲੈਕ ਲਿਸਟ ਨਾਮ ਸੀ। ਕੋਰਟ ਨੇ ਕਿਹਾ ਰਿਵਿਊ ਕਰੋ, ਰੀਜ਼ਨ ਦੱਸੋ ਕਿਉਂ ਪਾਇਆ, ਉਹਨਾਂ ਨੇ ਬਲੈਕ ਲਿਸਟ ਉਹਦਾ ਵੀ ਕੱਢ ਦਿੱਤਾ। ਤੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਹੈ ਨਾ, ਜਿਹੜੀ ਇਹ ਪਾਵਰ ਕਿ ਇਹਨੂੰ ਆਰਡਰ ਦੀ ਕਾਪੀ ਸਰਵ ਕਰੋ ਔਰ ਉਹਨੂੰ ਹੀਅਰਿੰਗ ਦਿਓ ਜੀ, ਇਹਦੇ ਨਾਲ ਬਹੁਤ ਫਰਕ ਪੈ ਜਾਣਾ। ਠੀਕ ਹੈ। ਕੇਸ ਜ਼ਿਆਦਾਤਰ ਜਿਹੜੇ ਦੇਖੇ ਗਏ ਜਾਂ ਤਾਂ ਮਿਸਟੇਕਨ ਆਇਡੈਂਟੀਟੀ ਵਾਲੇ ਦੇਖੇ ਗਏ ਆ ਜੀ, ਜਾਂ ਸਾਡੇ ਆਪਣੇ ਲੋਕਾਂ ਨੇ ਝੂਠੀਆਂ ਕੰਪਲੇਂਟਾਂ ਕੀਤੀਆਂ ਹੋਈਆਂ। ਓਕੇ, ਅੱਛਾ ਅੱਛਾ, ਠੀਕ ਹੈ। ਉਹਦੇ ਕਰਕੇ ਲਾਂਬਾ ਸਾਹਿਬ ਜੀ। ਹਾਂਜੀ, ਅੱਛਾ, ਮੈਂ ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਸਿੰਘ ਜੀ, ਤੁਸੀਂ ਲਾਈਨ ਤੇ ਰਹੋ, ਬਸ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਂਜੀ, ਮੈਂ ਲਾਈਨ ਤੇ। ਹਾਂਜੀ ਹਾਂਜੀ। ਸੋ ਜਸਬੀਰ ਸਿੰਘ ਜੀ, ਚੌਕੇ ਫੁਲਕਾ ਸਾਹਿਬ ਉੱਥੇ ਜਿਹੜੀ ਥਾਂ ਤੇ ਸਾਰਾ ਕੁਝ ਹੋ ਰਿਹਾ ਹੈ, ਉਹਨਾਂ ਦੀ ਬਹੁਤ ਅਹਿਮ ਸੀ, ਅਸੀਂ ਉਹਨਾਂ ਕੋਲੋਂ ਜਾਣਕਾਰੀ ਲੈਣਾ ਚਾਹੁੰਦੇ ਸੀ। ਸੋ ਤੁਸੀਂ ਹੁਣ ਸਾਰੇ ਦਾ ਸਾਰਾ ਦਾਰੋਮਦਾਰ ਅਗਲਾ ਮੁਕੱਦਮੇ ਦਾ, ਜਗਦੀਸ਼ ਟਾਈਟਲਰ ਦਾ, ਉਹ ਤੁਹਾਡੇ ਤੇ ਹੈ।
ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਹੁਣ ਗਵਾਹੀ ਜਿਹੜੀ ਹੈ ਉਹ ਕਿੰਨੀ ਕੁ ਮਹੱਤਵਪੂਰਨ ਹੋਏਗੀ ਤੇ ਕਦੋਂ ਸ਼ੁਰੂ ਹੋਏਗੀ? ਗੱਲ ਲਾਂਬਾ ਸਾਹਿਬ ਜੀ, ਮੈਂ ਤੁਹਾਡਾ ਥੋੜਾ ਜਿਹਾ ਧਿਆਨ ਇਸ ਪਾਸੇ ਲਾਉਣਾ ਚਾਹੁੰਦਾ ਹਾਂ ਕਿ ਰਿਐਲਿਟੀ ਕੀ ਹੈਗੀ। ਹਾਂਜੀ, ਆਪਾਂ ਸੱਚਾਈ ਵੱਲ ਆਈਏ ਜੀ। ਕਿ ਜਿਹੜਾ ਉੱਥੇ ਕੇਸ ਲੜਿਆ ਗਿਆ ਹੈ, ਉਹ ਕੇਸ ਲੜਿਆ ਗਿਆ ਹੈ ਰੋਬਿਕਾ ਜੌਨ ਤੇ ਵਰਿੰਦਾ ਗਰੋਵਰ ਨਵਕਿਰਨ ਸਿੰਘ ਜੀ ਜੀ ਜੀ, ਇਹ ਕਾਮਨਾ ਵੋਰਾ ਜੀ ਜੀ। ਇਹ ਜਿਹੜਾ ਕੇਸ ਹੈਗਾ ਲੜਿਆ ਗਿਆ ਤੇ ਉੱਥੇ ਪੂਰੀ, ਤੇ ਜਦੋਂ ਇਹ ਕਲੀਨ ਚਿੱਟ ਦੇ ਕੇ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਇਹ 2000 ਮੈਂ ਪਹਿਲੇ ਵੀ ਦੱਸ ਚੁੱਕਿਆ ਕਿ 2007 ਦੇ ਵਿੱਚ ਜਦੋਂ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ, ਵਿਟਨੈਸ ਨਹੀਂ ਹੈ। ਹਾਂਜੀ ਹਾਂਜੀ, ਮੈਂ ਪੇਸ਼ ਹੋਇਆ ਮੀਡੀਆ ਦੇ ਰਾਹੀਂ। ਹਾਂਜੀ, ਤੇ ਫਿਰ ਉਸ ਤੋਂ ਬਾਅਦ CBI ਕਹਿੰਦੀ ਹੈ ਕਿ ਇੱਥੇ ਆਓ। ਹਾਂਜੀ, ਫਿਰ ਇੱਥੇ ਜਿਹੜੀ ਸਿੱਖ ਫॉर ਜਸਟਿਸ ਸੰਸਥਾ ਹੈਗੀ, ਉਹਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਸਾਰੇ ਜਿਹੜੇ ਬੰਦਿਆਂ ਨੇ ਟੀਮ ਨੇ ਵਰਕ ਕੀਤਾ, ਤੇ CBI ਪਹਿਲੀ ਵਾਰ ਇੰਡੀਆ ਦੇ ਕਿਸੇ ਮੈਂਬਰ ਪਾਰਲੀਮੈਂਟ ਮਿਨਿਸਟਰ ਦੇ ਖਿਲਾਫ ਇੱਥੇ ਅਮਰੀਕਾ ਬਿਆਨ ਲੈਣ ਵਾਸਤੇ ਆਈ ਜੀ। ਉਹਨਾਂ ਨੇ ਇੱਥੇ ਆ ਕੇ ਤੁਹਾਨੂੰ ਮਿਲਣ ਦੀ ਉਹਨਾਂ ਨੇ ਕਿਹਾ ਅਸੀਂ ਕੋਸ਼ਿਸ਼ ਕੀਤੀ ਪਰ ਤੁਹਾਨੂੰ ਮਿਲੇ ਨਹੀਂ। ਤੁਸੀਂ ਬਹੁਤ ਕੋਸ਼ਿਸ਼ ਕੀਤੀ, 2-3 ਥਾਵਾਂ ਤੇ ਗਏ, ਨਿਊਯਾਰਕ ਆਏ, ਸੈਨ ਫਰਾਂਸਿਸਕੋ ਗਏ, ਪਰ ਹੁਣ ਚੋਕੇ ਉਹਨਾਂ ਦੇ ਉੱਤੇ ਦਬਾਅ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਗਰ ਉਹ ਦੁਬਾਰਾ ਤੁਹਾਡੇ ਕੋਲੋਂ ਆ ਕੇ ਗਵਾਹੀ ਲੈਣਗੇ, ਹੁਣ ਦੁਬਾਰਾ ਤੁਸੀਂ ਮਹਿਸੂਸ ਕਰਦੇ ਹੋ? ਗੱਲ ਅਸਲ ਹੈ ਕਿ ਮੇਰੇ ਤੋਂ ਉਹ ਬਿਆਨ ਆਲਰੇਡੀ ਲੈ ਚੁੱਕੇ ਹਨ। ਅੱਛਾ, CBI ਲੈ ਚੁੱਕੀ ਹੈ। ਇੱਥੇ ਕੁਐਸਚਨ ਇਹ ਖੜਾ ਹੁੰਦਾ ਹੈ ਕਿ ਜਿੱਦਾਂ ਹੁਣੇ ਤੁਸੀਂ ਪੁੱਛਿਆ ਕਿ ਪਿੱਛੇ ਗਵਾਹਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਮੈਂ ਤੁਹਾਡਾ ਧਿਆਨ ਇਸ ਪਾਸੇ ਲਾਉਣਾ ਚਾਹੁੰਦਾ ਜ਼ਰੂਰ ਕਿ ਜਿਹੜਾ ਇੱਕ ਅਹਿਮ ਵਿਟਨੈਸ ਸਰਦਾਰ ਸੁਰਿੰਦਰ ਸਿੰਘ ਗਵਾਹ ਸੀ, ਮੈਂ ਉਹਦੇ ਤੇ ਜ਼ਰੂਰ ਆਵਾਂਗਾ, ਮੈਂ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ। ਮੈਂ ਪਹਿਲਾਂ ਤੁਹਾਡੀ ਗੱਲ ਕਰਨੀ ਚਾਹੁੰਦਾ ਸੀ ਕਿ ਤੁਹਾਡੇ ਹਿਸਾਬ ਨਾਲ ਤੁਹਾਡੀ ਸਾਰੀ ਗਵਾਹੀ ਮੁਕੰਮਲ ਹੋ ਚੁੱਕੀ ਹੈ, ਯਾਨੀ ਕਿ ਤੁਸੀਂ CBI ਨੂੰ ਹੋਰ ਕੁਝ ਵੀ ਨਹੀਂ ਕਹਿਣਾ, ਜੋ ਕੁਝ ਕਹਿਣਾ ਸੀ ਉਹ ਕਹਿ ਚੁੱਕੇ ਹੋ? ਬਿਲਕੁਲ, ਮੈਂ ਜਿਹੜਾ ਦੱਸ ਚੁੱਕਿਆ। ਅਦਰਵਾਈਜ਼ ਮੇਰੀ ਕਿੱਥੇ ਲੋੜ ਹੈ, ਮੈਂ ਹਰ ਅਦਾਲਤ ਦੇ ਵਿੱਚ ਜਾ ਕੇ ਮੈਂ ਤਿਆਰ ਹਾਂ। ਚੋਕੇ ਇਸ ਦੇ ਬਾਅਦ ਚੋਕੇ ਤੁਹਾਡਾ ਬਿਆਨ ਹੋ ਚੁੱਕਾ ਹੈ, ਹੁਣ ਇਹਦੀ ਅਗਲੀ ਸਟੇਜ ਆਏਗੀ, ਤੁਹਾਡੀ ਕ੍ਰਾਸ ਐਗਜ਼ਾਮੀਨੇਸ਼ਨ ਹੋਏਗੀ, ਯਾਨੀ ਉਹ ਜਿਹੜੇ ਦੋਸ਼ੀ ਹੈ ਉਹਨਾਂ ਦੇ ਵਕੀਲ ਤੁਹਾਡੇ ਨਾਲ ਜ਼ਿਰੇ ਕਰਨਗੇ। ਸੋ ਤੁਸੀਂ ਉਹਦੇ ਲਈ ਵੀ ਤਿਆਰ ਹੈਗੇ ਹੋ? ਬਿਲਕੁਲ ਤਿਆਰ ਹਾਂ ਮੈਂ, ਬਿਲਕੁਲ ਤਿਆਰ। ਤੇ ਜਿਹੜੀ ਤੁਸੀਂ ਇੱਕ ਬੜੇ ਸੰਖੇਪ ਵਿੱਚ ਸਾਨੂੰ ਸਮਾਂ ਇਜਾਜ਼ਤ ਹੀ ਦੇ ਰਿਹਾ, ਤੁਸੀਂ ਇਹ ਦੱਸੋ, ਕਿਉਂਕਿ ਤੁਸੀਂ ਸਾਡੇ ਆਪਣੇ ਘਰ 'ਚ ਹੈਗੇ ਹੋ, ਅਸੀਂ ਤੁਹਾਡੇ ਨਾਲ ਬੈਠ ਕੇ ਵਿਸਥਾਰ ਸਹਿਤ ਅਸੀਂ ਸਾਰੀ ਜਾਣਕਾਰੀ ਲਵਾਂਗੇ ਜੋ ਤੁਸੀਂ ਕਿਹਾ। ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ, ਕਿਉਂਕਿ ਇੱਕ ਹੋਰ ਗਵਾਹ ਜਿਹੜੇ ਸਰਦਾਰ ਸੁਰਿੰਦਰ ਸਿੰਘ ਇੱਥੇ ਹੀ ਸਨ ਔਰ ਉਹਨਾਂ ਦਾ ਜ਼ਿਕਰ ਬਾਰ-ਬਾਰ ਆ ਰਿਹਾ ਹੈ, ਸਾਨੂੰ ਸੰਖੇਪ ਵਿੱਚ ਉਹਨਾਂ ਦੇ ਬਾਰੇ ਦੱਸੋਗੇ ਕਿ ਉਹਨਾਂ ਦੇ ਨਾਲ ਕੀ ਹੋਇਆ ਔਰ ਉਹ ਕਿੰਨੀ ਕੁ ਉਹਨਾਂ ਦੀ ਇਨਵੋਲਵਮੈਂਟ ਸੀ? ਜੀ ਦੇਖੋ ਜੀ, ਸਰਦਾਰ ਸੁਰਿੰਦਰ ਸਿੰਘ ਜਦੋਂ ਕੁੱਲ ਬੰਗਸ ਗੁਰਦੁਆਰੇ ਵਿੱਚ ਇੱਕ ਗ੍ਰੰਥੀ ਸੀ ਤੇ ਉੱਥੇ ਇਹਨਾਂ ਦਾ FIR ਨਾਮ ਸੀ। ਉਹ ਇੱਥੇ ਅਮਰੀਕਾ ਜਦੋਂ CBI ਵਾਲੇ ਉਹਦੇ ਬਿਆਨ ਲੈਣ ਵਾਸਤੇ ਆਏ, ਨਿਊਯਾਰਕ ਕੌਂਸੂਲੇਟ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਦੇ CBI ਦੇ ਜਿਹੜੇ SP ਰਤਨ ਸੰਜੇ ਤੇ DSP ਆਪਣਾ ਕਿਸ਼ੋਰ ਨੇ ਉਹਨਾਂ ਦੇ ਬਿਆਨ ਲਿੱਤੇ, ਉਹਨਾਂ ਨੇ ਜਿਹੜੀ ਹਕੀਕਤ ਸੀ ਸਾਰੀ ਦੱਸੀ ਜੀ। ਦੇਖੋ ਇੰਨਾ ਅਹਿਮ ਵਿਟਨੈਸ ਹੈ, ਇਹਦੇ ਪਿੱਛੇ ਕੁਝ ਨਹੀਂ ਹੈ। ਸਰਦਾਰ ਸੁਰਿੰਦਰ ਸਿੰਘ ਇੰਨਾ ਅਹਿਮ ਵਿਟਨੈਸ ਪਿੱਛੇ ਇੰਡੀਆ ਜਾਂਦਾ ਹੈ, ਉਹਨੂੰ ਜਿਹੜਾ ਟਾਈਟਲਰ ਦਾ ਰਾਈਟ ਹੈਂਡ ਬੰਦਾ ਅਸਿਸਟੈਂਟ ਸੀ ਟਾਈਟਲਰ ਦਾ ਮਿਸਟਰ ਰਾਣਾ, ਉਹਦੇ ਨਾਲ ਮਿਲ ਕੇ ਸੁਰਿੰਦਰ ਸਿੰਘ ਨੂੰ ਮਰਵਾ ਦਿੱਤਾ। CBI ਨੇ ਕੋਈ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕਿ ਬਈ ਇੰਨਾ ਅਹਿਮ ਵਿਟਨੈਸ, ਬਈ ਇਹਦੀ ਕਿਸ ਤਰ੍ਹਾਂ ਮੌਤ ਹੋਈ ਜੀ। ਉਹਦੀ ਡੈਥ ਬੋਡੀ 2 ਘੰਟੇ ਦੇ ਵਿੱਚ ਉਹਨਾਂ ਨੂੰ ਦੇ ਦਿੱਤੀ ਤੇ 2 ਘੰਟੇ ਵਿੱਚ ਉਸ ਦਾ ਉਹਨਾਂ ਨੇ ਸੰਸਕਾਰ ਕਰ ਦਿੱਤਾ। ਨਾ ਉਹਦਾ ਪੋਸਟਮਾਰਟਮ ਕੀਤਾ, ਨਾ ਉਹਦੀ ਇਨਵੈਸਟੀਗੇਸ਼ਨ ਕੀਤੀ। ਤੇ ਇਸ ਟਾਈਟਲਰ ਦਾ ਜਿਹੜਾ ਬੰਦਾ ਸੀ ਅਸਿਸਟੈਂਟ ਰਾਣਾ, ਇਹ ਟਾਈਟਲਰ ਮਿਲ ਕੇ ਸਰਦਾਰ ਸੁਰਿੰਦਰ ਸਿੰਘ ਦਾ ਮਰਵਾਇਆ। ਉਹਦੀ ਜਿਹੜੀ ਫੈਮਿਲੀ ਹੈ, ਉਹਦੀ ਫੈਮਿਲੀ ਦੀ ਸਾਰੀ ਰਿਕਾਰਡਿੰਗ ਇੱਥੇ ਸਾਡੇ ਕੋਲ ਹੈਗੀ ਤੇ ਉਹ ਆਉਣ ਵਾਲੇ ਸਮੇਂ 'ਚ ਆਪਾਂ ਮੀਡੀਆ ਦੇ ਰਾਹੀਂ ਜਾਰੀ ਕਰਾਂਗੇ
कि ਉਹਦੀ ਫੈਮਿਲੀ ਕਿਸ ਤਰ੍ਹਾਂ ਮਤਲਬ ਉਹ ਕਹਿ ਰਹੀ ਹੈ ਕਿ ਭਾਈ ਤੁਸੀਂ ਸੁਰਿੰਦਰ ਸਿੰਘ ਨੂੰ ਇੱਥੋਂ ਕੱਢ ਲਓ, ਇਹਨੂੰ ਮਰਵਾਉਣ ਦੇ। ਠੀਕ ਹੈ, ਸੋ ਤੁਹਾਡੇ ਹਿਸਾਬ ਨਾਲ ਇਹ ਜਿਹੜਾ ਕੁਝ ਹੋ ਰਿਹਾ ਹੈ ਇਹਦੀਆਂ ਤੰਦਾਂ ਬਹੁਤ ਦੂਰ ਤੱਕ ਜਾਂਦੀਆਂ ਔਰ ਲੱਗਦਾ ਹੈ ਕਿ ਤੁਹਾਡੀ ਜਿਹੜੀ ਗਵਾਹੀ ਹੋਏਗੀ ਜਾਂ ਤੁਹਾਡੀ ਜ਼ਿਰੇ ਹੋਏਗੀ ਉਹਦੇ ਵਿੱਚ ਇਹ ਸਾਰਾ ਕੁਝ ਕਾਫੀ ਅਹਿਮ ਹੋਏਗਾ ਔਰ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜੋ ਸੱਚ ਹੈ, ਜੋ ਸੱਚ 'ਤੇ ਆਧਾਰਿਤ ਹੈ, ਉਹ ਤੁਸੀਂ ਜ਼ਰੂਰ ਆਪਣੀ ਗਵਾਹੀ ਦਿਓਗੇ ਔਰ ਤਾਂ ਕਿ ਜਿਸ ਦੀ ਲੋੜ ਹੈ ਇਸ ਮੁਕੱਦਮੇ ਦੇ ਵਿੱਚ ਜੋ ਕੁਝ ਹੋਇਆ ਉਹ ਅਸੀਂ ਸਹੀ ਨਤੀਜੇ ਤੱਕ ਪਹੁੰਚ ਸਕੀਏ। ਜਸਵੀਰ ਸਿੰਘ ਜੀ, ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਅਸੀਂ ਆਪਣੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਬੇਨਤੀ ਕਰਾਂਗੇ ਆਪਣੇ ਕਾਲਰਸ ਨੂੰ ਕਿ 516 825 0006 ਜਾਂ 516 825 1118 ਦੇ ਉੱਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਰ HS ਫੂਲਕਾ ਔਰ ਸਰਦਾਰ ਜਸਬੀਰ ਸਿੰਘ ਜੀ ਨੇ ਬਹੁਤ ਕੁਝ ਦੱਸਿਆ ਹੈ। ਦਰਅਸਲ ਇਤਨੇ ਥੋੜ੍ਹੇ ਜਿਹੇ ਸਮੇਂ ਵਿੱਚ ਸਿਰਫ ਇਸ਼ਾਰਤਨ ਹੀ ਗੱਲ ਕੀਤੀ ਜਾ ਸਕਦੀ ਸੀ, ਪਰ ਉਹਨਾਂ ਨੇ ਜਿਹੜਾ ਕੁਝ ਦੱਸਿਆ, ਜੋ ਕੁਝ ਹੰਡਾਇਆ ਉਹਦੇ ਬਾਰੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੱਚ ਲੱਗਦਾ ਹੈ ਦਬਾਇਆ ਨਹੀਂ ਜਾ ਸਕੇਗਾ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਦਿੱਤੇ ਨੰਬਰਾਂ 'ਤੇ। ਅਸੀਂ ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਦਰਸ਼ਕਾਂ ਦੇ ਕਾਲ ਘੱਟ ਲੈ ਸਕੇ ਹਾਂ ਕਿਉਂਕਿ ਫੂਲਕਾ ਸਾਹਿਬ ਅਤੇ ਜਸਬੀਰ ਸਿੰਘ ਜਿਹੜੇ ਮੌਕੇ ਦੇ ਗਵਾਹ ਸੀ ਉਹ ਸਾਡੇ ਨਾਲ ਸਨ। ਹੈਲੋ। ਹਾਂਜੀ ਮੁਹੰਮਦ ਸਾਹਿਬ। ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਮਨਿੰਦਰ ਬੋਲਦਾ ਮੈਂ ਜੀ, ਇੰਡੀਅਨ ਹਾਊਸ ਇੰਡੀਆਨਾ ਤੋਂ। ਜੀ ਜੀ, ਹੁਕਮ ਕਰੋ। ਮੈਂ ਤੁਹਾਡੇ ਨਾਲ ਪਹਿਲੇ ਗੱਲ ਕੀਤੀ ਹੈ, ਜਿਸ ਤਰ੍ਹਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਬੜਾ ਵੱਡਾ ਉਪਰਾਲਾ ਤੁਹਾਡਾ ਜਿਹੜਾ ਤੁਸੀਂ ਫੁਲਕਾ ਸਾਹਿਬ ਨੂੰ ਤੇ ਜਸਵੀਰ ਸਿੰਘ ਨੂੰ ਆਨਲਾਈਨ ਲਿਆਂਦਾ ਜੀ, ਕਿਉਂਕਿ ਜਿੰਨੀ ਵੀ ਕਮਿਸ਼ਨ ਦੀ ਰਿਪੋਰਟਸ ਆਈਆਂ ਨੇ ਉਹ ਤੇ ਹਮੇਸ਼ਾ ਦੇ ਆਰ ਨਾਟ ਇਨ ਫੇਵਰ ਆਫ ਸਿਕਸ। ਡਜ਼ਨਟ ਮੈਟਰ ਜਿੰਨੀ ਮਰਜ਼ੀ ਉਹਨਾਂ ਨੇ ਆਪਣੀ ਖੋਜ ਕੀਤੀ ਹੈ ਜਾਂ ਜੋ ਕੁਝ ਵੀ ਕੀਤਾ ਹੈਗਾ ਜੀ, ਤੇ ਈਵਨ ਜਗਦੀਸ਼ ਟਾਈਟਲ, ਸੱਜਣ ਕੁਮਾਰ ਵਰਗੇ ਗਿਲਟੀ ਫਾਊਂਡ ਹੋ ਕੇ ਵੀ ਉਹ ਵੀ ਫਿਰ ਰਹੇ ਨੇ, ਕੁਝ ਨਹੀਂ ਉਹਨਾਂ ਨੂੰ ਕੀਤਾ ਜਾ ਰਿਹਾ ਜੀ 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 ਜੀ। ਤੇ ਆਈ ਥਿੰਕ ਇਟਸ ਅ ਹਾਈਲਾਈਟ for the Sikh victims who are in Delhi and other states. ਠੀਕ ਹੈ, ਬਹੁਤ ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰਾਂ ਲਈ ਬਹੁਤ ਸ਼ੁਕਰੀਆ। ਹੈਲੋ ਹੈਲੋ, ਤੁਸੀਂ ਆਪਣੀ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹਾਂਜੀ ਜ਼ਰੂਰ। ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਮੈਂ ਓਮਕਾਰ ਸਿੰਘ ਗਰੇਵਾਲ ਬੋਲ ਰਿਹਾ ਜੀ, ਬੈਥਲ ਪੈਂਸਿਲਵੇਨੀਆ ਤੋਂ। ਜੀ ਭਾਈ ਸਾਹਿਬ, ਹੁਕਮ ਕਰੋ ਗਰੇਵਾਲ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਫੁਲਕਾ ਸਾਹਿਬ ਦੀ ਜਿਹੜੀ ਦਲੇਰੀ ਹੈ ਉਹਦੀ ਉਹਨਾਂ ਨੂੰ ਸ਼ਾਬਾਸ਼ ਦਿੰਦਾ ਕਿ ਉਹ ਕਾਫੀ ਲੰਬਾ ਸਮਾਂ ਉਹਨਾਂ ਨੇ ਇਸ ਕੇਸ ਨੂੰ ਪਰਸੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ। ਤੇ ਦੂਸਰੀ ਇੱਕ ਚੀਜ਼ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਲੜਾਈ ਜਦੋਂ ਹੁੰਦੀ ਹੈ ਤੇ ਇਹ ਨਹੀਂ ਪਹਿਲਾਂ ਦੇਖਿਆ ਜਾਂਦਾ ਵੀ ਕੌਣ ਜਿੱਤੇਗਾ ਜਾਂ ਕਿਸ ਤਰ੍ਹਾਂ ਜਿੱਤੇਗਾ ਜੀ ਜੀ। ਲੇਕਿਨ ਅਗਰ ਇੱਕ ਸਟ੍ਰੈਟਜੀ ਕਾਮਯਾਬ ਨਹੀਂ ਹੋ ਰਹੀ ਹੈ ਤਾਂ ਮੇਰਾ ਖਿਆਲ ਹੈ ਕਿ ਸਟ੍ਰੈਟਜੀ ਜੋ ਹੈ ਉਹ ਬਦਲਣੀ ਚਾਹੀਦੀ ਹੈ ਜੀ। ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਅਟਰਨੀਜ਼ ਨੇ ਜੋ ਹਿਊਮਨ ਰਾਈਟਸ ਦੇ ਵਾਇਲੇਸ਼ਨ ਦੇ ਵਿੱਚ ਉਹਨਾਂ ਦਾ ਕਾਫੀ ਕੰਟਰੀਬਿਊਸ਼ਨ ਰਿਹਾ ਹੈ, ਜੇ ਉਹਨਾਂ ਦੀ ਹੈਲਪ ਲਿੱਤੀ ਜਾਏ ਤਾਂ ਇਹਦੇ ਵਾਸਤੇ ਇੱਕ ਮੇਰੀ ਰਾਏ ਹੈ। ਬਾਕੀ ਹਾਂਜੀ ਹਾਂਜੀ ਬਾਕੀ ਮੈਂ ਉਹਨਾਂ ਦੀ ਜੋ ਹੈ ਉਸ ਦਲੇਰੀ ਦੀ ਕਾਫੀ ਦੱਸ ਦੇਣਾ। ਮੈਂ ਬਿਲਕੁਲ, ਤੁਸੀਂ ਜੋ ਫਰਮਾ ਰਹੇ ਹੋ ਬਿਲਕੁਲ ਸਹੀ ਹੈ, ਕਿਉਂਕਿ ਮਾਮਲਾ ਕੇਵਲ ਇੱਕ ਇਲਾਕੇ ਦਾ ਨਹੀਂ ਹੈ, ਇੱਕ ਮੁਹੱਲੇ ਦਾ ਨਹੀਂ ਹੈ, ਇਹ ਬਹੁਤ ਵੱਡਾ ਇੱਕ ਜੋ ਕੁਝ ਹੋਇਆ ਹੈ ਜਿਸ ਦਾ ਅਸਰ ਬਹੁਤ ਦੇਰ ਤੱਕ ਔਰ ਬਹੁਤ ਦੂਰ ਤੱਕ ਹੈ। ਔਰ ਇਸ ਕਰਕੇ ਕਿਉਂਕਿ ਹੁਣ ਤਾਂ ਦੁਨੀਆ ਇਤਨੀ ਛੋਟੀ ਹੋ ਗਈ ਹੈ ਕਿ ਉਹਦਾ ਅਸਰ ਬਾਹਰਲਿਆਂ 'ਤੇ ਵੀ ਹੈ, ਉੱਥੋਂ ਦੇ ਬੰਦੇ ਬਾਹਰ ਵੀ ਹੈ। ਸੋ ਇਹ ਤਾਂ ਜ਼ਰੂਰ ਜੇ ਵੀ ਕੋਈ ਕਾਨੂੰਨੀ ਜਾਂ ਹੋਰ ਕੋਈ ਚਾਰਾਜੋਈ ਕੀਤੀ ਜਾ ਸਕਦੀ ਹੈ ਤਾਂ ਉਹ ਜ਼ਰੂਰ ਕਰਨੀ ਬਣਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਪਰ ਸਵਾਲ ਹੈ ਕਿ ਜਿਹੜਾ ਸਿਸਟਮ ਹੈ, ਜਿਹੜਾ ਉੱਥੇ ਦਾ ਸਿਸਟਮ ਹੈ ਉਹਦੇ ਮੁਤਾਬਕ ਹੀ ਹੋ ਸਕੇਗਾ। ਸੋ ਉਮੀਦ ਹੈ ਕਿ ਇਹ ਜ਼ਰੂਰ ਕਾਮਯਾਬ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹੈਲੋ
हेलो, हाँ जी, नमः साहब, भाई खालसा फतेह। हाँ जी, कौन बोल रहे वीर जी? मैं अमरपाल सिंह बोल रहा जी, कैलिफोर्निया तो। जी वीर जी, हुक्म करो। मेरा एक क्वेश्चन सी कि ਅਸੀਂ ਕਾਫੀ ਇਹਨਾਂ ਦੇ ਬਾਰੇ ਚਰਚਾ ਸੁਣ ਰਹੇ ਹਾਂ ਜੀ, ਪਰ ਮੈਂ ਕਦੀ ਵੀ ਇਸ ਬਾਰੇ 'ਚ ਕੋਈ ਚਰਚਾ ਨਹੀਂ ਸੁਣੀ। ਮੈਨੂੰ ਯਾਦ ਹੈ ਜਦੋਂ 84 'ਚ ਗੱਲਾਂ ਹੋਈਆਂ ਨੇ ਉਦੋਂ 3 ਰਿਪੋਰਟਾਂ ਛਪੀਆਂ ਸੀ ਇੰਡੀਪੈਂਡੈਂਟਲੀ, ਜਿਹੜੀਆਂ ਰੰਗਨਾਥ, ਜਸਟਿਸ ਰੰਗਨਾਥ ਸੀ, ਜਸਟਿਸ SM ਸੀਕਰੀ ਸੀ ਤੇ ਪੀਪਲ ਯੂਨੀਅਨ ਆਫ ਸਿਵਲ ਲਿਬਰਟੀਜ਼ ਨੇ ਛਾਪੀਆਂ ਸੀਗੀਆਂ। ਜੀ ਜੀ ਜੀ, ਸਾਰੀਆਂ ਹੀ ਤਕਰੀਬਨ 170-75 ਬੰਦਿਆਂ ਦੇ ਨਾਮ ਸੀਗੇ, ਜਿਹਦੇ ਵਿੱਚ ਪੋਲੀਟੀਸ਼ੀਅਨਸ ਵੀ, ਮਿਨਿਸਟਰ ਵੀ ਇਨਵੋਲਵ ਸਨ, MLA MP ਵੀ ਇਨਵੋਲਵ ਸਨ। ਜੀ ਜੀ, ਉਹਦਾ ਕਦੀ ਵੀ ਕਿਸੇ ਨੇ ਜ਼ਿਕਰ ਨਹੀਂ ਕੀਤਾ। ਮੈਂ ਤੁਹਾਡੀ ਜਾਣਕਾਰੀ ਵਾਸਤੇ, ਉਹ ਰੰਗਨਾਥ ਨਹੀਂ ਸੀ, ਰੰਗਨਾਥ ਮਿਸ਼ਰਾ ਤਾਂ ਉਹ ਇੱਕ ਵਾਈਟ ਵਾਸ਼ ਕਮਿਸ਼ਨ ਸੀ ਜਿਹੜਾ ਪੋਚਾ ਪਾਚੀ ਕਰਨ ਲਈ ਬਣਾਇਆ ਗਿਆ ਸੀ ਤਾਂ ਕਿ ਉਹਨਾਂ ਸਾਰੀਆਂ ਘਟਨਾਵਾਂ ਤੇ। ਰੰਗਨਾਥ ਮਿਸ਼ਰਾ ਨਹੀਂ ਸੀ, ਉਹ PUCLC, PUDRC ਤੇ ਇੱਕ ਹੋਰ ਸੰਸਥਾ ਸੀ ਜਿਹੜੀ ਜਾਰਜ ਫਰਨਾਂਡਿਸ ਦੀ ਸੀਗੀ ਤੇ ਉਹਨਾਂ ਨੇ ਜੀ ਉਹਨਾਂ ਦੀ ਜਾਰਜ ਫਰਨਾਂਡਿਸ ਦੀ ਸੀਗੀ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਰਿਪੋਰਟਾਂ ਦਿੱਤੀਆਂ ਸੀ ਉਹਨਾਂ ਰਿਪੋਰਟਾਂ ਨੂੰ ਹੀ ਆਧਾਰ ਬਣਾ ਕੇ ਬਾਕੀ ਜਿੰਨੇ ਕਮਿਸ਼ਨ ਬਣੇ ਹੈ ਉਹਨਾਂ ਨੇ ਉਹਦੇ ਆਧਾਰ ਦੇ ਉੱਤੇ ਹੀ ਉਹ ਸਾਰੀ ਕਾਰਵਾਈ, ਉਹ ਬਲਕਿ ਇੱਕ ਕਹਿ ਲਿਆ ਜਾਏ ਕਿ ਇੱਕ ਬੁਨਿਆਦੀ ਤੌਰ ਦੇ ਉੱਤੇ ਉਹਨਾਂ ਰਿਪੋਰਟਾਂ ਦੀ ਬਹੁਤ ਅਹਿਮੀਅਤ ਹੈ। ਨਾ ਕੇਵਲ ਉਹ 3-4 ਰਿਪੋਰਟਾਂ ਬਲਕਿ ਉਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਵੇਲੇ ਇੱਕ ਕਮਿਸ਼ਨ ਬਣਾਇਆ ਸੀ, ਉਹਨਾਂ ਦੀ ਰਿਪੋਰਟ ਵੀ ਜਿਹੜੀ ਉਹ ਵੀ ਪੂਰੇ ਨਾਮ ਦਰਜ ਹੈ 3 ਹਿੱਸਿਆਂ ਦੇ ਵਿੱਚ ਉਹ ਵੀ ਰਿਪੋਰਟ ਹੈ। ਦਰਅਸਲ ਜ਼ਰੂਰਤ ਹੈ ਕਿ ਐਸੇ ਰਿਕਾਰਡ ਨੂੰ ਸਾਂਭ ਕੇ ਤੇ ਉਹਦੇ ਤੇ ਅੱਗੇ ਕਾਰਵਾਈ ਕਰਨ ਦੀ। ਸੋ ਤੁਹਾਡਾ ਬਿਲਕੁਲ ਕਹਿਣਾ ਦਰੁਸਤ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਇਸ ਹਾਲਾਤ ਦੇ ਵਿੱਚ, ਕਿਉਂਕਿ ਕਿਸੇ ਘਟਨਾ ਨੂੰ ਜੇ 2 ਦਿਨ ਵੀ ਦੇਰੀ ਹੋ ਜਾਏ ਤਾਂ ਉਹ ਕਿਤਨੀ ਕੇਸ ਲਈ ਨੁਕਸਾਨਦੇਹ ਹੁੰਦੀ ਹੈ, ਪਰ ਜਿੱਥੇ 29 ਸਾਲ ਇੱਕ ਛੋਟਾ ਵਕਫਾ ਨਹੀਂ ਹੁੰਦਾ, ਉਹਦੇ ਬਾਅਦ ਉਹਦੇ ਵਿੱਚ ਕਿੰਨੇ ਕੁ ਸੱਚ ਤੱਥ ਤੇ ਹੋ ਸਕਣਗੇ, ਤੁਹਾਨੂੰ ਕੀ ਜਾਪਦਾ ਹੈਗਾ ਇਹ ਜਿਹੜੀ ਦੇਰੀ ਹੈ ਇਹ ਕਿੰਨਾ ਕੁ ਅਸਰ ਪਾਏਗੀ? ਇਹ ਦੇਰੀ ਤੇ ਗਵਰਨਮੈਂਟ ਨੇ ਤਾਂ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਹੋਰ ਲੰਬਾ ਕੀਤਾ ਜਾਏ, ਪਰ ਜਿੰਨੀ ਵੀ ਜਲਦੀ, ਜਿਸ ਤਰ੍ਹਾਂ ਭੋਗਲ ਦਾ ਇੰਸੀਡੈਂਟ ਸੀਗਾ ਕਿ ਪੁਲਿਸ ਆਈ, ਉਹਨੇ ਉਹਨਾਂ ਕੋਲੋਂ ਸਾਰੇ ਹਥਿਆਰ ਲੈ ਲਏ ਜੀ, ਪਹਾੜਾਂ ਉਹਨੂੰ ਹਥਿਆਰ ਲੈ ਲਏ ਤੇ ਮੁੜ ਕੇ ਮੌਬ ਭੇਜ ਦਿੱਤਾ। ਪਹਿਲੇ ਮੌਬ ਆਇਆ, ਉਹ ਹਥਿਆਰ ਦੇਖ ਕੇ ਡਰ ਕੇ ਭੱਜ ਗਿਆ, ਫਿਰ ਪੁਲਿਸ ਆਈ, ਹਥਿਆਰ ਲੈ ਲਏ ਕਿ ਅਸੀਂ ਤੁਹਾਡੀ ਸੇਫਟੀ ਵਾਸਤੇ ਹੈਗੇ ਹਾਂ। ਉਹਨਾਂ ਕੋਲੋਂ ਬੰਦੂਕਾਂ, ਸਾਰੇ ਟਰਾਂਸਪੋਰਟਰ ਸੀਗੇ ਸਰਦਾਰ ਜਿਹਨਾਂ ਦੀ ਲਗਜ਼ਰੀ ਬੱਸਾਂ ਸੀ, ਉਹ ਸਾਰਿਆਂ ਨੇ ਲੈ ਕੇ ਤੇ ਚਲੇ ਗਏ ਤੇ ਉਹਦੇ ਬਾਅਦ ਫਿਰ ਮੌਬ ਆਇਆ ਤੇ ਬੱਸਾਂ ਸਾੜ ਗਿਆ। ਇਸੇ ਤਰ੍ਹਾਂ ਹੀ ਪਹਾੜਾਂ ਦੇ ਵਿੱਚ ਇੱਕ ਫੌਜੀ ਸੀਗਾ ਜਿਹਨੇ ਗੋਲੀਆਂ ਚਲਾਈਆਂ ਤੇ ਕੁਛ ਬੰਦਿਆਂ ਨੂੰ ਮਾਰਿਆ, ਭਜਾਇਆ, ਤੇ ਉਹਦੇ ਕੋਲ ਵੀ ਉਹਨਾਂ ਨੇ ਫੜ ਕੇ ਉਹਨੂੰ ਤੇ 4 ਸਾਲ ਹੀ ਅੰਦਰ ਕਰ ਦਿੱਤਾ, ਪਰ ਜਿਹਨਾਂ ਨੇ ਫਿਰ ਉਹਨਾਂ ਨੂੰ ਫੜ ਕੇ ਉੱਥੇ ਅੱਗਾਂ ਲਗਾਈਆਂ, ਪੇਂਟ ਸ਼ਾਪ 'ਚ ਅੱਗਾਂ ਲਗਾਈਆਂ, ਉਹਨਾਂ ਨੂੰ ਕੁਝ ਵੀ ਨਹੀਂ ਕੀਤਾ। ਇਹ ਕਾਫੀ ਸਾਰੇ ਇਨਸੀਡੈਂਟਸ ਨੇ ਜਿਹੜੇ ਕਿ ਹੋਏ ਔਰ ਸਭ ਨੂੰ ਪਤਾ ਨੇ। ਜੀ 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 ਜੀ, ਪਰ ਇਸ ਤੋਂ ਜ਼ਿਆਦਾ ਨਜ਼ਰਅੰਦਾਜ਼ ਕਰ ਰਹੀ ਹੈ ਗਵਰਨਮੈਂਟ। ਜੇ ਉਹਦਾ ਰਾਮਦੇਵ ਦਾ ਤੇ ਸੋ ਮੋਟੋ ਨੋਟਿਸ ਲੈਂਦੀ ਆ, ਉੱਥੇ ਕੀ ਹੋਇਆ? ਤੇ ਇਹ ਸੁਪਰੀਮ ਕੋਰਟ ਇਹਨਾਂ ਦਾ ਸੋ ਮੋਟੋ ਨੋਟਿਸ ਨਹੀਂ ਲੈ ਸਕਦੀ, ਇਹ ਸਭ ਕੁਝ ਹੋਇਆ। ਜੀ ਜੀ, ਸੋ ਇਹ ਜਿਹੜਾ ਹੈ ਨਾ ਕੇਵਲ ਇਹ ਦਿੱਲੀ ਦੇ ਜਿਹੜੇ ਕਤਲੇਆਮ ਹੋਇਆ, ਜਿਹੜਾ ਸ਼ਰੇਆਮ ਹੋਇਆ, ਪਰ ਇੱਕ ਗੱਲ ਹੋਰ ਹੈ, ਸ਼ਾਇਦ ਸਾਧਨ ਜਿਹੜੇ ਹੈ ਉਹ ਬੜੇ ਸੀਮਿਤ ਸਾਧਨਾਂ ਦੀ ਵਜ੍ਹਾ ਕਰਕੇ, ਹਾਲਾਂ ਜਿਹੜੀਆਂ ਮਾਨਵੀ ਸੰਸਥਾਵਾਂ ਹੈ ਜਾਂ ਹੋਰ ਵੀ ਜਿਹੜੇ ਜਰਨਲਿਸਟ ਹੈਗੇ ਆ ਉਹ ਵੀ ਕੋਸ਼ਿਸ਼ ਕਰ ਰਹੇ ਆ ਔਰ ਕਾਫੀ ਵੱਡੀ ਤਾਦਾਦ ਦੇ ਵਿੱਚ ਹਰਿਆਣੇ ਜਿਵੇਂ ਹੋਮ ਚਿਲਰ ਵਗੈਰਾ ਹੋਇਆ ਕਈ ਥਾਵਾਂ ਤੇ, ਨਾ ਕੇਵਲ ਇਹ ਬਲਕਿ ਇੱਕ ਹੋਰ ਜਿਹੜੀ ਚੀਜ਼ ਸ਼ਾਇਦ ਸਾਹਮਣੇ ਆਏਗੀ, ਕਾਫੀ ਵੱਡੀ ਗਿਣਤੀ ਵਿੱਚ ਫੌਜੀ, ਸਿੱਖ ਫੌਜੀ ਜਿਹੜੇ ਸਨ ਉਹ ਉਸ ਦੌਰਾਨ ਵਰਦੀ ਦੇ ਵਿੱਚ ਸਨ, ਜਿਹੜੇ ਡਿਊਟੀ ਦੇ ਉੱਤੇ ਸਨ, ਉਹ ਵੀ ਉਹਦੇ ਵਿੱਚ ਜਿਨ੍ਹਾਂ ਨੂੰ ਕਹਿ ਲਿਆ ਜਾਏ ਉਹਨਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਉਹਨਾਂ ਦੀ ਕਦੀ ਕਿਸੇ ਨੇ ਹਾਲੇ ਤੱਕ ਗੱਲ ਨਹੀਂ ਕੀਤੀ। ਸ਼ਾਇਦ ਜਿਹੜਾ ਇਨਸਾਫ ਦਾ ਤਰਾਜੂ, ਜਿਹੜਾ ਇਕੁਐਲਿਟੀ, ਜਸਟਿਸ ਔਰ ਸਾਰੀ ਗੱਲ ਕੀਤੀ ਜਾਂਦੀ ਹੈ। ਹੈਲੋ ਹੈਲੋ ਲੰਬਾ ਸਾਹਿਬ ਜੀ, ਕੌਣ ਬੋਲ ਰਹੇ ਜੀ? ਮੈਂ ਜਗਰਾਜ ਗਿੱਲ ਬੋਲਦਾ, ਪ੍ਰੈਸ ਰਿਪੋਰਟਰ ਸ਼ਾਰਲਟ ਤੋਂ, ਨਾਰਥ ਕੈਰੋਲੀਨਾ ਤੋਂ। ਜੀ ਸਰ, ਹੁਕਮ ਕਰੋ। ਬੇਨਤੀ ਹੈ, ਆਪਣੇ ਸੱਜਣ ਕੁਮਾਰ ਆ ਨਾ ਜਿਹੜਾ, ਜੀ ਜੀ, ਇਹ ਇੰਨਾ ਖਤਰਨਾਕ ਆਦਮੀ ਹੈ, ਮਾਫੀਆ ਡਾਨ ਉੱਥੋਂ ਦਾ। ਜੀ ਜੀ ਜੀ, ਅਬੁਲ ਬਾਦਲ ਸਾਹਿਬ ਦੇ ਨਾਨਕੇ ਪਿੰਡ ਮਲੋੜ ਦੇ ਕੋਲੇ, ਅਬੁਲ ਖਰਾਣਾ ਪਿੰਡ। ਜੀ ਜੀ, ਜਿੱਥੋਂ ਦੇ ਗੁਰਨਾਮ ਸਿੰਘ ਬਰਾੜ ਮੰਤਰੀ ਵੀ ਹੋਇਆ, MLA ਵੀ ਹੋਇਆ। ਜੀ ਜੀ, ਲੰਬੀ ਕੰਸਟੀਚੁਐਂਸੀ ਮੇਰਾ ਪਿੰਡ ਕਰਮਪਟੀ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਰੀ ਹਿਸਟਰੀ ਇਹਨਾਂ ਦੀ। ਠੀਕ ਹੈ
ਉਹ ਨਾ ਉੱਥੋਂ ਦਾ ਇੱਕ ਬਰਾੜ ਸੀ ਇੰਸਪੈਕਟਰ ਦਿੱਲੀ, ਉਹਦਾ ਇੱਕ ਭਰਾ ਕੈਨੇਡਾ ਤੋਂ ਆਇਆ ਦਿੱਲੀ ਤੇ ਉਹਦੀ ਜੇਬ ਕੱਟੀ ਗਈ। ਹਾਂਜੀ, ਡਾਲਰ ਵੀਜ਼ਾ ਵਗੈਰਾ ਸਾਰਾ ਚੋਰੀ ਹੋ ਗਿਆ। ਤੇ ਉਹ ਆਪਦੇ ਭਰਾ ਕੋਲੇ ਗਿਆ ਇੰਸਪੈਕਟਰ ਕੋਲੇ, ਮੈਨੂੰ ਬਟੂਆ ਦਵਾ। ਉਹ ਕਹਿੰਦਾ ਬਈ ਮੈਂ ਬਟੂਆ ਨਹੀਂ ਦਵਾ ਸਕਦਾ, ਮੇਰੇ ਹੱਥ ਖੜੇ ਆ, ਤੇਰਾ ਬਟੂਆ ਇੱਕ ਹੀ ਆਦਮੀ ਦਵਾ ਸਕਦਾ, ਸੱਜਣ ਕੁਮਾਰ। ਹਾਂਜੀ, ਆਪਦਾ ਐਡਰੈਸ ਆ, ਤੂੰ ਉਹਦੇ ਕੋਲੇ ਚਲੇ ਜਾ, ਜੇ ਉਹਦੇ ਮਨ ਮਿਹਰ ਪਈ ਤਾਂ ਉਹ ਤੈਨੂੰ ਦਵਾ ਦੂਗਾ, ਤੇ ਨਹੀਂ ਤਾਂ ਆਪਦਾ ਬਈ ਮੇਰੇ ਹੱਥ ਖੜੇ। ਜੀ ਮੈਂ ਸਮਝ ਗਿਆ ਤੁਹਾਡੀ ਗੱਲ। ਜੀ ਜੀ ਜੀ, ਇਹਦਾ ਮਤਲਬ ਹੈ ਜੀ ਜੀ ਹਾਂਜੀ ਠੀਕ ਹੈ। ਉਹ ਗਿਆ ਉੱਥੇ, ਹਾਂਜੀ, ਤੇ ਉੱਥੇ ਉਹਨੇ ਮਾਹੌਲ ਵੇਖਿਆ ਜਿਹੜਾ ਇੰਨਾ ਖਤਰਨਾਕ। ਅਸੀਂ ਇੱਕ ਹੋਰ ਕਾਲ ਲੈ ਲਈਏ ਇਸ ਵਿਸ਼ੇ ਦੇ ਉੱਤੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡੇ ਪਰਸਨਲ ਜਿਹੜੇ ਹੋਰ ਵੀ ਲਵਾਂਗੇ ਅਸੀਂ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਕਰਮਜੀਤ ਸਿੰਘ ਬੋਲ ਰਿਹਾ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਜੀ। ਵੀਰ ਜੀ ਤੁਸੀਂ 10 ਸੈਕਿੰਡ ਵਿੱਚ, ਸਿਰਫ 5 ਸੈਕਿੰਡ ਵਿੱਚ ਕੁਝ ਕਹਿਣਾ ਚਾਹੋ? ਸਾਨੂੰ ਸਮਾਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ। ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ lamba@getpunjabi.tv ਦੇ ਉੱਤੇ ਜ਼ਰੂਰ ਆਪਣੇ ਵਿਚਾਰ ਲਿਖ ਭੇਜੋ। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।